Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਤੇ ਕੁਝ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣੇ ਆ। ਤੇ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨੀ ਆ ਵੀ ਜਿਹੜੇ ਦੋ ਬਿੱਲ ਹਾਊਸ ਨੇ ਪਾਸ ਕੀਤੇ ਸੀ, ਇੱਕ ਤਾਂ ਹੈਗਾ 18 ਸਾਲ ਤੋਂ ਘੱਟ ਜਿਹੜੀ ਉਮਰ ਦੇ ਬੱਚੇ ਆ ਉਹਨਾਂ ਦਾ, ਤੇ ਦੂਸਰਾ ਸੀਗਾ ਐਗਰੀਕਲਚਰ ਵਰਕਰ ਦਾ। ਉਹ ਦੋ ਬਿੱਲ ਜਿਹੜੇ ਸੀ ਉਹ ਹਾਊਸ ਨੇ ਪਾਸ ਕਰਕੇ ਤੇ US ਸੈਨੇਟ ਦੇ ਕੋਲ ਭੇਜ ਦਿੱਤੇ। ਤੇ ਹੁਣ ਜਿਹੜੀ ਸੈਨੇਟ ਹੈਗੀ ਆ ਉੱਥੇ ਅਗਲੀ ਕਾਰਵਾਈ ਹੋਣੀ ਹੈ। ਜੇ ਉੱਥੇ ਪਾਸ ਹੁੰਦੇ ਆ ਤਾਂ ਫਿਰ ਪ੍ਰੈਜ਼ੀਡੈਂਟ ਕੋਲ ਜਾਣਗੇ ਤਾਂ ਲਾਭ ਬਣੇਗਾ। ਹੁਣ ਉਹਨਾਂ ਬਿੱਲਾਂ ਸੰਬੰਧੀ ਇੱਕ ਬਾਈ ਪਾਰਟੀਜ਼ਨ ਗਰੁੱਪ ਆਫ ਸੈਨੇਟਰਸ, ਦੋਨਾਂ ਪਾਰਟੀਆਂ ਦੇ ਰਿਪਬਲਿਕਨ ਤੇ ਡੈਮੋਕਰੈਟ, ਉਹਨਾਂ ਦੀ ਮੀਟਿੰਗ ਹੋਈ ਆ ਵੈਡਨਸਡੇ। ਤੇ ਉਹ ਮੀਟਿੰਗ ਦੇ ਵਿੱਚ ਉਹਨਾਂ 'ਚ ਸੀਗੇ ਡੈਮੋਕ੍ਰੈਟਿਕ ਸੈਨੇਟਰਸ ਐਲੈਕਸ ਪਟੇਲਾ ਜੋ ਕੈਲੀਫੋਰਨੀਆ ਤੋਂ ਹੈ, ਤੇ ਕ੍ਰਿਸਟਨ ਸਾਈਨੇਮਾ ਐਰੀਜ਼ੋਨਾ ਤੋਂ, ਕ੍ਰਿਸ ਕੂਨਸ ਡੈਲਾਵੇਅਰ ਤੋਂ, ਮਾਈਕਲ ਬਨੈਟ ਕੋਲੋਰਾਡੋ ਤੋਂ, ਤੇ ਰੋਬਰਟ ਮਨੈਂਡਸ ਨਿਊ ਜਰਸੀ ਤੋਂ। ਉਹਦੇ ਨਾਲ ਸੀਗੇ ਜੀ ਜਿਹੜੇ ਰਿਪਬਲਿਕਨ ਸੀ ਉਹ ਸੀਗੇ ਸੂਜ਼ਨ ਕੋਲਿਨਸ ਮੇਨ ਤੋਂ, ਲਿੰਡਜ਼ੀ ਗ੍ਰਾਮ ਸਾਊਥ ਕੈਰੋਲਾਈਨਾ ਤੋਂ, ਥੋਮ ਟਿਲਿਸ ਨਾਰਥ ਕੈਰੋਲਾਈਨਾ ਤੋਂ, ਮਾਈਕ ਰਾਉਂਡਸ ਸਾਊਥ ਡਕੋਟਾ ਤੋਂ, ਤੇ ਜੌਨ ਕੋਰਨਨ ਟੈਕਸਸ ਤੋਂ। ਤੇ ਇਹ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ ਇਹਦੇ 'ਚ, ਕਿਉਂਕਿ ਜਿਹੜੀ ਇਸ ਕਿਸਮ ਦੀ ਜਿਹੜੀ ਹੁੰਦੀ ਹੈ ਲੈਜਿਸਲੇਸ਼ਨ ਜਾਂ ਕਾਨੂੰਨ ਬਣਦਾ, ਇਹਦੇ ਵਿੱਚ ਬੜਾ ਇੰਪੋਰਟੈਂਟ ਹੁੰਦਾ ਕਿ ਦੋਨੇ ਪਾਰਟੀਆਂ ਦੀ ਸ਼ਮੂਲੀਅਤ ਹੋਵੇ। ਉਹਦਾ ਰੀਜ਼ਨ ਇਹ ਹੈ ਕਿ ਜਿਹੜੇ ਇਹ ਦੋ ਕਾਨੂੰਨ ਨੇ, ਇਹ ਇੱਕ ਦਾ ਸੰਬੰਧ ਤਾਂ ਖੇਤੀਬਾੜੀ ਨਾਲ ਆ, ਦੂਜੇ ਦਾ ਸੰਬੰਧ ਬੱਚਿਆਂ ਨਾਲ ਆ ਜਿਹੜੇ ਕਿ ਇੱਥੇ ਅਨਡਾਕੂਮੈਂਟਡ ਆਏ ਆ। ਇਹ ਕਾਨੂੰਨ ਜਿਹੜੇ ਨੇ ਬੜੇ ਜਿਹਨੂੰ ਕਹਿ ਲਓ ਸੈਂਸਿਟਿਵ ਇਸ਼ੂਜ਼ ਨਾਲ ਡੀਲ ਕਰਦੇ ਆ। ਤੇ ਇਹਦੇ 'ਚ ਜਿਹੜੀ ਬਾਈ ਪਾਰਟੀਜ਼ਨ ਸਪੋਰਟ ਹੈਗੀ ਆ ਉਹ ਦੋਨਾਂ ਪਾਰਟੀਆਂ ਦੀ ਹੈਗੀ ਆ। ਡੈਮੋਕ੍ਰੈਟਿਕ ਪਾਰਟੀ ਦੀ ਜ਼ਿਆਦਾ ਤੇ ਰਿਪਬਲਿਕਨ ਪਾਰਟੀ ਥੋੜ੍ਹੀ ਘੱਟ ਆ। ਪਰ ਤੁਹਾਨੂੰ ਯਾਦ ਹੋਊਗਾ ਵੀ ਜਦੋਂ ਇਹ ਹਾਊਸ 'ਚੋਂ ਬਿੱਲ ਪਾਸ ਹੋਏ ਆ ਤਾਂ ਇਹਨਾਂ ਦੋਨਾਂ ਬਿੱਲਾਂ ਦੇ ਨਾਲ ਜਿਹੜੇ ਰਿਪਬਲਿਕਨ ਪਾਰਟੀ ਦੇ ਕਾਂਗਰਸਮੈਨ ਸੀ ਉਹ ਵੀ ਲੱਗੇ ਸੀ। ਤੇ ਇਹ ਹੁਣ ਇਹੀ ਕੋਸ਼ਿਸ਼ ਹੈ ਕਿ ਸੈਨੇਟ ਦੇ ਵਿੱਚ ਵੀ ਜਿਹੜੇ ਰਿਪਬਲਿਕਨ ਸੈਨੇਟਰ ਨੇ ਉਹਦੀ ਸਪੋਰਟ ਕਰਨ। ਤੇ ਇਹਦੇ ਬਾਰੇ ਉਹਨਾਂ ਨੇ ਡਿਕ ਡਰਬਨ ਜਿਹੜੇ ਕਿ ਸੈਨੇਟ ਦੇ ਲੀਡਰ ਨੇ, ਉਹਨਾਂ ਨੇ ਮੀਟਿੰਗ ਬੁਲਾਈ ਸੀਗੀ। ਤਾਂ ਮੀਟਿੰਗ ਬੜੀ ਉਹ ਕਹਿੰਦੇ ਵਧੀਆ ਰਹੀ ਤੇ ਇਹਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਸਹਿਮਤੀ ਜਿਹੜੀ ਆ ਉਹ ਬਿਲਡ ਕਰਨ ਦੀ ਕੋਸ਼ਿਸ਼ ਕੀਤੀ। ਸੋ ਚੰਗਾ ਸਟੈਪ ਹੈ। ਇਹਦੇ ਨਾਲ ਮੀਟਿੰਗਾਂ ਸ਼ੁਰੂ ਹੋਈਆਂ। ਇਸ ਤੋਂ ਬਾਅਦ ਇਹ ਜਿਹੜੀ ਹੈਗੀ ਲੈਜਿਸਲੇਸ਼ਨ ਇਹਨੂੰ ਕੋਸ਼ਿਸ਼ ਕਰਨਗੇ ਸੈਨੇਟ ਦੇ ਫਲੋਰ 'ਤੇ ਲਿਆਉਣ ਦੀ, ਕਿਸ ਰੂਪ 'ਚ ਪਾਸ ਹੁੰਦੀ ਆ ਜਾਂ ਇਹਦੇ ਵਿੱਚ ਕੋਈ ਜਿਹੜੀ ਅਮੈਂਡਮੈਂਟ ਉਹ ਹੋਏਗੀ। ਪਰ ਇਹਦੇ ਵਿੱਚ ਜਿਹੜੀ ਇੱਕ ਇੰਪੋਰਟੈਂਟ ਗੱਲ ਆ ਉਹ ਇਹ ਆ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਾਰਡਰ ਆ, ਖਾਸ ਕਰਕੇ ਜਿਹੜਾ ਮੈਕਸੀਕੋ US ਬਾਰਡਰ ਆ, ਉਹਦੇ ਉੱਤੇ 18 ਸਾਲ ਤੋਂ ਘੱਟ ਉਮਰ ਦੇ ਕਾਫੀ ਬੱਚੇ ਜਿਹੜੇ ਆ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਏ ਆ। ਉਹ ਹੁਣ ਲੋਕਾਂ ਨੂੰ ਇਹ ਲੱਗ ਰਿਹਾ ਵੀ ਅਮਰੀਕਾ ਜਿਹੜਾ ਹੈਗਾ ਥੋੜ੍ਹਾ ਸੌਫਟ ਹੈ ਤੇ ਜਿਹੜੀ ਪੋਲਿਸੀ ਹੈਗੀ ਆ ਉਹ ਬੱਚਿਆਂ ਪ੍ਰਤੀ ਥੋੜ੍ਹੀ ਜਿਹੀ ਇਹ ਸਰਕਾਰ ਦੀ ਨਰਮ ਆ, ਉਹਦੇ ਕਰਕੇ ਉਹ ਆ ਰਹੇ ਆ। ਤੇ ਜਦੋਂ ਉਹ ਭਾਰੀ ਤਾਦਾਦ 'ਚ ਆ ਰਹੇ ਆ ਤਾਂ ਉਹਦੇ ਕਰਕੇ ਜਿਹੜੇ ਇੱਥੇ ਰਿਪਬਲਿਕਨ ਪਾਰਟੀ ਦੇ ਕੁਝ ਲੀਡਰ ਨੇ ਉਹ ਇਸ ਗੱਲ 'ਤੇ ਬੜੀ ਚਿੰਤਾ ਜਿਹੜੀ ਪ੍ਰਗਟ ਕਰ ਰਹੇ ਆ ਵੀ ਇਹਦੇ ਨਾਲ ਤਾਂ ਜਿਹੜੀ ਸਿਚੁਏਸ਼ਨ ਹੈ ਬਾਰਡਰ ਦੀ ਉਹ ਬਹੁਤ ਜ਼ਿਆਦਾ ਖ਼ਰਾਬ ਹੋ ਜਾਏਗੀ। ਤੇ ਇਹਦਾ ਜਿਹੜੇ ਇਹ ਬਿੱਲ ਪਾਸ ਹੋਣੇ ਨੇ ਇਹਨਾਂ 'ਤੇ ਵੀ ਕਿਤੇ ਨਾ ਕਿਤੇ ਅਸਰ ਪੈਣਾ। ਤੇ ਇਸ ਕਰਕੇ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈਰਿਸ ਨੇ ਉਹਨਾਂ ਦੀ ਕਮਲਾ ਹੈਰਿਸ ਦੀ ਡਿਊਟੀ ਲਾਈ ਆ ਇਹ ਸਿਚੁਏਸ਼ਨ ਨਾਲ ਡੀਲ ਕਰਨ ਲਈ। ਤੇ ਜਿਹੜੇ ਮੁਲਕਾਂ ਤੋਂ ਆ ਰਹੇ ਨੇ ਲੋਕ ਵੀ, ਉਹਨਾਂ ਮੁਲਕਾਂ ਦੀ ਜਿਹੜੀ ਲੀਡਰਸ਼ਿਪ ਉਹਦੇ ਨਾਲ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਇਹਨੂੰ ਸੰਭਾਲਿਆ ਜਾਵੇ। ਤੇ ਜਿਹੜੀ ਇਹਨਾਂ ਨੇ ਹੁਣ ਕੋਸ਼ਿਸ਼ ਹੈਗੀ ਆ ਕਿ ਕਿਸੇ ਤਰੀਕੇ ਦੇ ਨਾਲ ਹਿਊਮਨ ਰਾਈਟਸ ਦੀ ਜਿਹੜੀ ਅਪਰੋਚ ਹੈ, ਜਿਹੜੀਆਂ ਹਿਊਮਨ ਰਾਈਟ ਦੀਆਂ ਵੈਲਿਊਜ਼ ਨੇ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਇਹਨਾਂ ਨੂੰ ਡੀਲ ਕੀਤਾ ਜਾਵੇ। ਕਿਉਂਕਿ ਅਮਰੀਕਾ ਦੇ ਜਿਹੜੇ ਲੀਡਰ ਇਹ ਵੀ ਨਹੀਂ ਚਾਹੁੰਦੇ ਕਿ ਜਿਵੇਂ ਹੁਣ ਪਿਛਲੀ ਸਰਕਾਰ ਵੇਲੇ ਹੋਇਆ ਵੀ ਜਿਹੜੇ ਹਿਊਮਨ ਰਾਈਟ ਦੀਆਂ ਜਿਹੜੀਆਂ ਵੈਲਿਊਜ਼ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਮਤਲਬ ਕਾਫੀ ਜ਼ਿਆਦਾ ਸਖਤੀ ਕੀਤੀ ਗਈ, ਬੱਚਿਆਂ ਨੂੰ ਮਾਂ-ਬਾਪ ਤੋਂ ਅੱਡ ਕੀਤਾ ਗਿਆ, ਉਹ ਨਾ ਹੋਵੇ। ਪਰ ਉਹਦੇ ਨਾਲ ਅਮਰੀਕਾ ਇੱਕ ਕਾਨੂੰਨ ਦਾ ਮੁਲਕ ਵੀ ਆ ਤੇ ਇਹਦੇ ਵਿੱਚ ਜਿਹੜੇ ਕਾਨੂੰਨ ਆ ਉਹਦੀ ਪਾਲਣਾ ਵੀ ਜ਼ਰੂਰੀ ਆ। ਸੋ ਇਹ ਇੱਕ ਇਸ ਟਾਈਮ 'ਤੇ ਕ੍ਰਾਈਸਿਸ ਹੈਗਾ ਬਾਰਡਰ ਦੇ ਉੱਤੇ। ਜਿਹੜੀ ਕਿ ਸਿਚੁਏਸ਼ਨ ਇਹ ਹੈਗੀ ਆ ਵੀ ਜਿਹੜੇ ਕਾਫੀ ਜ਼ਿਆਦਾ 18 ਸਾਲ ਦੀ ਉਮਰ ਤੋਂ ਘੱਟ ਦੇ ਜਿਹੜੇ ਬੱਚੇ ਆਏ ਆ ਉਹਨਾਂ ਨੂੰ ਕਿਸ ਤਰ੍ਹਾਂ ਡੀਲ ਕਰਨਾ। ਓਵਰਆਲ ਜਿਹੜੇ ਅਡਲਟ ਆਉਂਦੇ ਆ 18 ਸਾਲ ਤੋਂ ਉੱਪਰ ਆਉਂਦੇ ਉਹਨਾਂ ਲਈ ਸਖਤੀ ਜ਼ਰੂਰ ਆ। ਉਹਨਾਂ ਦੀ ਪ੍ਰੋਬਲਮ ਇਹ ਹੈਗੀ ਆ ਕਿ ਉਹਨਾਂ ਦਾ ਜਿਹੜਾ ਉਹਨਾਂ ਨੂੰ ਅੱਜ ਕੱਲ੍ਹ ਕਈ ਜਿਹੜੇ ਆਏ ਉਹਨਾਂ ਨੂੰ ਕ੍ਰੈਡੀਬਲ ਫੀਅਰ 'ਚੋਂ ਵੀ ਫੇਲ ਕੀਤਾ ਗਿਆ
ਬੌਂਡ ਵੀ ਡਿਨਾਈ ਕੀਤੇ ਗਏ ਆ। ਤਾਂ ਇਸ ਕਿਸਮ ਦੀ ਸਖਤੀ ਜਿਹੜੀ ਆ ਉਹ ਦੇਖਣ ਨੂੰ ਹੁਣ ਮਿਲ ਰਹੀ ਆ। ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਡਿਵੈਲਪਮੈਂਟ ਆ ਉਹ ਇਹ ਆ ਕਿ ਜਿਹੜਾ ਡਾਕਾ ਦਾ ਪ੍ਰੋਗਰਾਮ ਹੈ ਇਹਦੇ ਬਾਰੇ ਜਿਹੜੀ ਟੈਕਸਸ ਦੀ ਸਟੇਟ ਨੇ ਕੋਰਟ 'ਚ ਕੇਸ ਕੀਤਾ ਸੀ ਤੇ ਉਹਨਾਂ ਨੇ ਕੋਰਟ ਦੇ ਵਿੱਚ ਇਹ ਕਿਹਾ ਵੀ ਇਹਨੂੰ ਜਦੋਂ ਇਹਨਾਂ ਨੇ ਇੰਪਲੀਮੈਂਟ ਕੀਤਾ ਤੇ ਜਿਹੜਾ ਪ੍ਰੋਪਰ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ ਤੇ ਇਹਨੂੰ ਜਿਹੜਾ ਹੈਗਾ ਉਹ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਜਦੋਂ ਪਹਿਲਾਂ ਕੀਤਾ ਸੀ ਉਹਨਾਂ ਨੇ ਜਿਹੜਾ ਆਮ ਪ੍ਰੋਸੀਜਰ ਹੁੰਦਾ ਕਿ ਪਬਲਿਕ ਦੇ ਕਮੈਂਟ ਲਏ ਜਾਂਦੇ ਆ ਤੇ ਇੱਕ ਨੋਟਿਸ ਜਿਹੜਾ ਹੈਗਾ ਉਹ ਪਲੇਸ ਕੀਤਾ ਜਾਂਦਾ ਹੈਗਾ ਫੈਡਰਲ ਰਜਿਸਟਰ ਦੇ ਵਿੱਚ ਤੇ ਉਹ ਨਹੀਂ ਕੀਤਾ ਗਿਆ ਤੇ ਇਹਦੇ ਕਰਕੇ ਇਹਨੂੰ ਜਿਹੜੀ ਕੋਰਟ ਹੈਗੀ ਆ ਰੋਕੇ ਤੇ ਉਹਦੇ ਮੱਦੇਨਜ਼ਰ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਇਹਨੂੰ ਪਬਲਿਸ਼ ਕਰਾਂਗੇ ਫੈਡਰਲ ਰਜਿਸਟਰ 'ਚ ਤੇ ਜਿਹੜੇ ਕਮੈਂਟ ਹੈਗੇ ਉਹ ਲਏ ਜਾਣਗੇ ਤੇ ਉਹਨਾਂ ਦੇ ਮੁਤਾਬਕ ਜਿਹੜੀ ਹੈਗੀ ਆ ਉਹ ਕਾਰਵਾਈ ਕੀਤੀ ਜਾਏਗੀ। ਸੋ ਇਹ ਵੀ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਆ ਕਿਉਂਕਿ ਜਿਹੜੀ ਇਹ ਐਡਮਿਨਿਸਟ੍ਰੇਸ਼ਨ ਹੈ ਕਿਸੇ ਕੀਮਤ 'ਤੇ ਵੀ ਜਿਹੜਾ ਡਾਕਾ ਪ੍ਰੋਗਰਾਮ ਹੈ ਬੱਚਿਆਂ ਦਾ ਉਹਨੂੰ ਇਹ ਮਤਲਬ ਬਚਾਉਣਾ ਚਾਹੁੰਦੀ ਆ ਤਾਂ ਕਿ ਉਹ ਜਿਨ੍ਹਾਂ ਨੂੰ ਉਹਦੇ ਅੰਡਰ ਵਰਕ ਪਰਮਿਟ ਵਗੈਰਾ ਮਿਲੇ ਨੇ ਉਹ ਇਸੇ ਤਰ੍ਹਾਂ ਮਿਲੇ ਰਹਿਣ ਤੇ ਉਹ ਸਟੇਟਸ ਦੇ ਵਿੱਚ ਰਹਿਣ। ਤੇ ਹੁਣ ਜਿਹੜਾ ਅਗਲਾ ਹੈ ਉਹ ਇਹ ਆ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਹੁਣ ਇਮੀਗ੍ਰੇਸ਼ਨ ਕੋਰਟਸ ਦੀਆਂ ਡੇਟਾਂ ਨੇ ਉਹ ਹੁਣ ਕਾਫੀ ਜਿਹੜੀਆਂ ਉਹ ਅੱਗੇ ਪੈ ਰਹੀਆਂ ਨੇ। ਜਿਹੜੀ ਮਾਸਟਰ ਡੇਟਾਂ ਤਾਂ ਨਹੀਂ ਹੋ ਰਹੀਆਂ ਪਰ ਕਾਫੀ ਜ਼ਿਆਦਾ ਲੋਕਾਂ ਨੂੰ ਜਿਹੜੀਆਂ ਹੈਗੀਆਂ ਉਹ ਰਿਟਨ ਪਲੀਡਿੰਗਸ ਆ ਰਹੀਆਂ ਨੇ। ਮੈਨੂੰ ਇਹਦੇ ਬਾਰੇ ਕਾਫੀ ਲੋਕਾਂ ਨੇ ਪੁੱਛਿਆ ਵੀ ਇਹ ਕੀ ਆ। ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਾਂ ਕਈ ਹੋਰ ਸਟੇਟਾਂ ਦੇ ਵਿੱਚ ਜਿਹੜੇ ਜੱਜ ਨੇ ਉਹ ਵਕੀਲਾਂ ਨੂੰ ਕਹਿ ਰਹੇ ਆ ਮਤਲਬ ਕੇਸਾਂ ਦੇ ਵਿੱਚ ਵੀ ਰਿਟਨ ਪਲੀਡਿੰਗਸ ਕਰੋ। ਉਹਦਾ ਮਤਲਬ ਆ ਵੀ ਤੁਸੀਂ ਜਿਹੜਾ ਨੋਟਿਸ ਟੂ ਅਪੀਅਰ ਹੁੰਦਾ ਹਰੇਕ ਕੇਸ ਦੇ ਵਿੱਚ ਵੀ ਉਹਦੇ 'ਤੇ ਜਿਹੜੇ ਐਲੀਗੇਸ਼ਨਸ ਨੇ ਉਹਨਾਂ ਬਾਰੇ ਕਿਸ ਤਰ੍ਹਾਂ ਪਲੀਡ ਕਰਦੇ ਹੋ ਤੇ ਕੀ ਤੁਸੀਂ ਰਿਲੀਫ ਅਪਲਾਈ ਕਰਨੀ ਆ ਵੀ ਬੰਦੇ ਨੇ ਅਸਾਈਲਮ ਕਰਨਾ ਕਿ ਕਿਸੇ ਦੀ ਕੋਈ ਹੋਰ ਰਿਲੀਫ ਹੈ ਕਿਸੇ ਨੇ ਵਿਆਹ ਕੀਤਾ ਸਿਟੀਜ਼ਨ ਨਾਲ ਜੋ ਵੀ ਰਿਲੀਫ ਹੈ ਉਹਦੇ ਵਿੱਚ ਤੁਸੀਂ ਮੈਂਸ਼ਨ ਕਰੋ ਤੇ ਉਹ ਵੀ ਹੁਣ ਕਾਫੀ ਹੱਦ ਤੱਕ ਇਹ ਆ ਰਹੀਆਂ ਨੇ। ਤੇ ਜਦੋਂ ਆਪਾਂ ਰਿਟਨ ਪਲੀਡਿੰਗ ਫਾਈਲ ਕਰ ਦਿੰਦੇ ਆ ਫਿਰ ਮਾਸਟਰ ਡੇਟ ਨਹੀਂ ਹੁੰਦੀ ਸਿੱਧੀ ਜਿਹੜੀ ਇੰਡੀਵਿਜੂਅਲ ਡੇਟ ਪੈ ਜਾਂਦੀ ਜਿਹੜੀ ਫਾਈਨਲ ਡੇਟ ਦੇ ਦਿੰਦੇ ਆ ਉਹ। ਤੇ ਕਿਉਂਕਿ ਜਿਹੜੀਆਂ ਮਾਸਟਰ ਡੇਟਾਂ ਨੇ ਉਹ ਇਹ ਸਮਝਦੇ ਨੇ ਵੀ ਇਹਦੇ ਕਰਕੇ ਜਿਹੜੇ ਵੀ ਉਹਦਾ ਕੋਈ ਫਾਇਦਾ ਨਹੀਂ ਸਿੱਧੀ ਇੰਡੀਵਿਜੂਅਲ ਡੇਟ ਜਿਹੜੀ ਆ ਉਹ ਦੇਣੀ ਚਾਹੀਦੀ ਆ। ਤੇ ਉਹ ਹੁਣ ਕਾਫੀ ਕੇਸਾਂ ਦੇ ਵਿੱਚ ਵਕੀਲਾਂ ਨੂੰ ਆ ਰਹੀਆਂ ਨੇ ਵੀ ਤੁਸੀਂ ਮਤਲਬ ਸਰਟਨ ਡੇਟ ਹੁੰਦੀ ਆ ਉਹ 'ਚ ਵੀ ਫਲਾਣੀ ਤਰੀਕ ਤੱਕ ਤੁਸੀਂ ਉਹ ਲਿਖ ਕੇ ਜਿਹੜਾ ਹੈਗਾ ਇਹਦਾ ਜਵਾਬ ਦਿਓ ਤੇ ਜਦੋਂ ਤੁਸੀਂ ਕਰਦੇ ਹੋ ਰਿਟਨ ਪਲੀਡਿੰਗਸ ਤੇ ਜਿਹੜੀ ਰਿਲੀਫ ਦੀ ਐਪਲੀਕੇਸ਼ਨ ਆ ਉਹ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ ਫਾਈਨਲ ਡੇਟ ਮਿਲ ਜਾਂਦੀ ਹੈ। ਤੇ ਇਹਦੇ ਨਾਲ ਹੁਣ ਤੁਹਾਡੇ ਕੁਛ ਜਿਹੜੇ ਮਤਲਬ ਸਵਾਲਾਂ ਦੇ ਜਵਾਬ ਨੇ ਉਹ ਬੜੇ ਇੰਪੋਰਟੈਂਟ ਨੇ ਜਿਹੜੇ ਆਪਾਂ ਦੇਣੇ ਆ। ਤੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬੜਾ ਧੰਨਵਾਦ ਕਰਨਾ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਦੇਖ ਕੇ ਮਤਲਬ ਕਾਫੀ ਜ਼ਿਆਦਾ ਹੰਗਾਰਾ ਦਿੰਦੇ ਹੋ ਤੇ ਤੁਸੀਂ ਹੁਣ ਕਈਆਂ ਨੇ ਮੇਰਾ ਬਹੁਤ ਧੰਨਵਾਦ ਕੀਤਾ ਤੇ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਤੇ ਤੁਸੀਂ ਮੈਨੂੰ ਸਵਾਲ ਪੁੱਛਦੇ ਆ ਤਾਂ ਫਿਰ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਮੈਂ ਤੁਹਾਨੂੰ ਜਿਹੜਾ ਹੈਗਾ ਜਵਾਬ ਦੇਵਾਂ। ਤੇ ਮੇਰਾ ਨੰਬਰ ਹੈਗਾ ਹੀ ਹੈ 9179154142 ਮੇਰੇ ਨਿਊਯਾਰਕ ਆਫਿਸ ਦਾ ਨੰਬਰ ਹੈ 7185333844 ਕੈਲੀਫੋਰਨੀਆ ਦਾ ਨੰਬਰ ਹੈ 5106576444 ਬਾਕੀ ਹੋਰ ਨੰਬਰ ਵੀ ਆ ਰਹੇ ਆ ਸਕਰੀਨ 'ਤੇ ਤੁਸੀਂ ਉੱਥੇ ਵੀ ਫ਼ੋਨ ਕਰ ਸਕਦੇ ਹੋ। ਬਾਕੀ ਬੈਟਰ ਤਾਂ ਇਹੀ ਤਰੀਕਾ ਕਿ ਜਿਹੜੀ ਅਸੀਂ ਵੀਡੀਓ ਪਾਉਂਦੇ ਜਿਵੇਂ ਹੁਣ ਆਹ ਵੀਡੀਓ ਅੱਜ ਪਾ ਰਹੇ ਹਾਂ ਇਹਦੇ ਥੱਲੇ ਤੁਸੀਂ ਆਪਣੇ ਜਿਹੜੇ ਹੈਗੇ ਆ ਉਹ ਸਵਾਲ ਲਿਖੋ ਤੇ ਉਹਦਾ ਜਿਹੜਾ ਹੈਗਾ ਉਹ ਜਵਾਬ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗਾ। ਸੋ ਇਹ ਸਾਰਿਆਂ ਤੋਂ ਈਜ਼ੀ ਤਰੀਕਾ ਤਾਂ ਇਹੀ ਆ। ਹੁਣ ਮੈਂ ਜਿਹੜੇ ਕੁਝ ਸਵਾਲ ਲੈਣੇ ਆ ਤੇ ਇਹਨਾਂ ਦੇ ਵਿੱਚ ਇੱਕ ਸਵਾਲ ਮੇਰੇ ਕੋਲ ਕਈ ਦਿਨ ਪਹਿਲਾਂ ਆਇਆ ਸੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ 20 ਸਾਲ ਹੋ ਗਏ ਮੇਰੇ ਪੇਰੈਂਟਸ US ਸਿਟੀਜ਼ਨ ਨੇ ਤੇ ਉਹਨਾਂ ਨੇ ਕਿਹਾ ਮੇਰਾ ਡਿਵੋਰਸ ਹੋਣ ਤੋਂ ਬਾਅਦ ਉਹਨਾਂ ਨੇ ਅਪਲਾਈ ਕੀਤਾ ਸੀ ਤੇ 18 ਵਿੱਚ ਜਿਹੜਾ ਹੈਗਾ ਉਹ ਕਿੰਨਾ ਕੁ ਟਾਈਮ ਲੱਗ ਸਕਦਾ ਤੇ ਕੀ ਡਾਕੂਮੈਂਟ ਜਿਹੜੇ ਆ ਜ਼ਰੂਰੀ ਆ ਵੀ ਮੈਂ ਵਿਜ਼ਟਰ ਵੀਜ਼ਾ ਜਿਹੜਾ ਹੈਗਾ ਅਪਲਾਈ ਕਰ ਸਕਦਾ ਕਿ ਨਹੀਂ। ਦੇਖੋ ਇਸ ਤਰ੍ਹਾਂ ਕਿ ਜਦੋਂ ਵੀ ਕੋਈ ਜਿਹੜੀ ਇਮੀਗ੍ਰੈਂਟ ਪਟੀਸ਼ਨ ਕੀਤੀ ਜਾਂਦੀ ਆ ਖਾਸ ਕਰਕੇ ਜਿਹੜੇ ਪੇਰੈਂਟਸ ਨੇ ਜੇ ਤਾਂ ਪੇਰੈਂਟ ਗ੍ਰੀਨ ਕਾਰਡ ਹੋਲਡਰ ਨੇ ਉਹ ਸਿਰਫ ਅਨਮੈਰਿਡ ਬੱਚੇ ਦਾ ਕਰ ਸਕਦੇ ਆ। ਜਿਹੜਾ ਡਿਵੋਰਸ ਹੋ ਗਿਆ ਉਹ ਵੀ ਸਿੰਗਲ ਗਿਣਿਆ ਜਾਂਦਾ ਪਰ ਜੇ ਪੇਰੈਂਟ ਸਿਟੀਜ਼ਨ ਨੇ ਉਹ ਮੈਰਿਡ ਬੱਚੇ ਦਾ ਵੀ ਕਰ ਸਕਦੇ ਆ। ਸੋ ਇਹਨਾਂ ਕੈਟਾਗਰੀਜ਼ ਨੂੰ ਟਾਈਮ ਲੱਗਦਾ ਤੇ ਜੇ ਅਪਲਾਈ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਮੈਂ ਵਿਜ਼ਟਰ ਵੀਜ਼ਾ ਜਿਹੜਾ ਉਹ ਅਪਲਾਈ ਕਰਨਾ ਤੇ ਵਿਜ਼ਟਰ ਵੀਜ਼ਾ ਜਿਹੜਾ ਹੈਗਾ ਉਹ ਕਈ ਵਾਰੀ ਜੇ ਤੁਸੀਂ ਪਟੀਸ਼ਨ ਕੀਤੀ ਹੋਈ ਆ ਇਮੀਗ੍ਰੈਂਟ ਤੁਹਾਨੂੰ ਨਹੀਂ ਮਿਲਦਾ ਕਿਉਂਕਿ ਤੁਹਾਨੂੰ ਉਹਦੇ ਵਿੱਚ ਡਿਸਕਲੋਜ਼ ਕਰਨਾ ਪੈਂਦਾ ਕਿ ਮੈਂ
ਇਹ ਪਟੀਸ਼ਨ ਮੇਰੀ ਕਿਸੇ ਨੇ ਕੀਤੀ ਆ, ਕਿਉਂਕਿ ਉਹ 'ਚ ਖਾਨਾ ਹੁੰਦਾ ਵੀ ਤੁਹਾਡੇ ਲਈ ਕਦੇ ਕਿਸੇ ਨੇ ਕੋਈ ਇਮੀਗ੍ਰੈਂਟ ਪਟੀਸ਼ਨ ਕੀਤੀ, ਉਹ 'ਚ ਕਰਨਾ ਪੈਂਦਾ ਯੈਸ। ਜਦੋਂ ਯੈਸ ਕਰੋਗੇ ਤਾਂ ਚਾਹੇ ਉਹ ਪਟੀਸ਼ਨ ਨਿਕਲਣ ਨੂੰ 15 ਸਾਲ ਲੱਗਦੇ ਹੋਣ, ਫਿਰ ਵੀ ਵਿਜ਼ਟਰ ਵੀਜ਼ਾ ਜਿਹੜਾ ਹੈਗਾ ਉਹ ਰਿਫਿਊਜ਼ ਹੋ ਜਾਂਦਾ। ਅਤੇ ਤੁਸੀਂ ਟਰਾਈ ਕਰ ਸਕਦੇ ਹੋ, ਪਰ ਉਹਦੇ ਵਿੱਚ ਇਹ ਜਿਹੜਾ ਜ਼ਰੂਰ ਲਿਖਿਓ ਵੀ ਹਾਂ ਮੇਰੀ ਪਟੀਸ਼ਨ ਹੋਈ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ। ਅਤੇ ਇਹਦੇ 'ਚ ਕੋਈ ਇੰਨੀ ਸੰਭਾਵਨਾ ਵਿਜ਼ਟਰ ਵੀਜ਼ਾ ਮਿਲਣ ਦੀ ਹੈ ਨਹੀਂ, ਪਰ ਜਿਹੜਾ ਤੁਹਾਡਾ ਮੇਨ ਸਵਾਲ ਇਹੀ ਸੀ ਵੀ ਵਿਜ਼ਟਰ ਵੀਜ਼ੇ ਦੀ ਚਾਂਸ ਨੇ ਉਹ ਮਤਲਬ ਇਹਦੇ 'ਚ ਨਹੀਂ ਹੈਗੇ, ਅਤੇ ਤੁਹਾਨੂੰ ਜਿਹੜੀ ਪਟੀਸ਼ਨ ਦੀ ਵੇਟ ਕਰਨੀ ਚਾਹੀਦੀ ਆ। ਦੂਜਾ ਜਿਹੜਾ ਸਵਾਲ ਆ ਉਹ ਇਹ ਹੈਗਾ ਕਿ ਉਹਨਾਂ ਨੇ ਇਹ ਪੁੱਛਿਆ ਕਿ ਵੀ ਕੈਂਪ 'ਚੋਂ ਬਾਹਰ ਨਿਕਲ ਕੇ ਜਿਹੜੀ ਆ ਉਹ ਜਿਹੜੀ ਵੀ ਆਪਾਂ ਕੀ ਕਰਨਾ ਹੁੰਦਾ, ਕੀ ਪ੍ਰੋਸੀਜਰ ਆ, ਅਤੇ ਕਿੰਨੀ ਵਕੀਲ ਦੀ ਫੀਸ ਵਗੈਰਾ ਹੁੰਦੀ ਆ। ਦੇਖੋ ਇਸ ਤਰ੍ਹਾਂ ਕਿ ਜਦੋਂ ਕੋਈ ਬੰਦਾ ਕੈਂਪ 'ਚ ਆਉਂਦਾ ਉਹਦੀ ਪਹਿਲਾਂ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦੀ ਹੈ। ਜੇ ਉਹ 'ਚੋਂ ਪਾਸ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹਦਾ ਫਿਰ ਜਿਹੜਾ ਇਮੀਗ੍ਰੇਸ਼ਨ ਜੱਜ ਕੋਲ ਕੇਸ ਜਿਹੜਾ ਹੈਗਾ ਭੇਜਿਆ ਜਾਂਦਾ, ਉੱਥੇ ਬੌਂਡ ਲਈ ਉਹ ਅਪਲਾਈ ਕਰ ਸਕਦਾ। ਅਤੇ ਬੌਂਡ ਵਾਸਤੇ ਵਕੀਲ ਦੀ ਲੋੜ ਹੁੰਦੀ ਆ, ਅਤੇ ਜਿੰਨਾ ਵੀ ਬੌਂਡ ਹੋਵੇ ਅਤੇ ਉਹ ਪੇ ਕਰਕੇ ਜਦੋਂ ਬਾਹਰ ਆ ਜਾਂਦਾ, ਫਿਰ ਉਹਦਾ ਕੇਸ ਜਿੱਥੇ ਵੀ ਜਾਂਦਾ ਆਪਣੇ ਗਰੰਟਰ ਕੋਲ ਉੱਥੇ ਮੂਵ ਕਰਾਇਆ ਜਾਂਦਾ, ਅਤੇ ਉਹ ਸਟੇਟ ਦੇ ਵਿੱਚ ਉਹਦਾ ਅਸਾਈਲਮ ਦਾ ਕੇਸ ਲੜਿਆ ਜਾਂਦਾ। ਉੱਥੇ ਉਹਨੂੰ ਅਸਾਈਲਮ ਐਪਲੀਕੇਸ਼ਨ ਲਾਉਣੀ ਪੈਂਦੀ ਆ, ਜੋ ਕਿ ਵਿਦਨ 1 ਈਅਰ ਲਾਉਣੀ ਚਾਹੀਦੀ ਹੈ ਹਰ ਹਾਲਤ, ਪਰ ਅਸੀਂ ਰਿਕਮੈਂਡ ਕਰਦੇ ਹਾਂ ਵੀ ਨਿਕਲਣ ਸਾਰ ਉਦੋਂ ਹੀ ਲਾ ਦਿਓ। ਅਤੇ ਉਹ ਫਿਰ ਅਸਾਈਲਮ ਐਪਲੀਕੇਸ਼ਨ ਜਦੋਂ ਲੱਗਦੀ ਹੈ ਉੱਥੋਂ ਕਲੌਕ ਚੱਲ ਪੈਂਦਾ, ਫਿਰ 6 ਮਹੀਨੇ ਬਾਅਦ ਵਰਕ ਪਰਮਿਟ ਮਿਲ ਸਕਦਾ। ਅਤੇ ਬਾਕੀ ਜਿਹੜੀ ਮਤਲਬ ਵਕੀਲਾਂ ਦੀ ਫੀਸ ਕਿੰਨੀ ਆ ਇਹ ਡਿਪੈਂਡ ਕਰਦਾ ਵਕੀਲ ਦੇ ਉੱਤੇ, ਅਤੇ ਇਹ ਅੱਡ ਅੱਡ ਹੈਗੀਆਂ। ਹੁਣ ਕਿਸੇ ਵਕੀਲ ਦੀ ਫੀਸ ਜਿਹੜੀ ਆ ਉਹ 6,500 ਰੁਪਈਆ, ਕਿਸੇ ਦੀ 8,000 ਰੁਪਈਆ, ਕਿਸੇ ਦੀ 8,500 ਰੁਪਈਆ, ਕਿਸੇ ਦੀ 10,000 ਰੁਪਈਆ। ਸੋ ਇਹ ਡਿਪੈਂਡ ਵਕੀਲ ਦੇ ਉੱਤੇ ਕਰਦਾ ਕਿ ਉਹਦਾ ਕਿੰਨਾ ਐਕਸਪੀਰੀਅੰਸ ਹੈ ਕਿਸ ਤਰ੍ਹਾਂ। ਸੋ ਐਨੀਵੇਅਰ ਬਿਟਵੀਨ 6,500 ਤੋਂ ਲੈ ਕੇ 10,000 ਡਾਲਰ ਤੱਕ ਜਿਹੜਾ ਉਹ ਅਸਾਈਲਮ ਦਾ ਕੇਸ ਕੋਰਟ ਚਲਾਉਣਾ, ਜਿਹਨੂੰ ਅਸੀਂ ਰਿਮੂਵਲ ਪ੍ਰੋਸੀਡਿੰਗ ਕਹਿੰਦੇ ਆ, ਉਹਦੇ 'ਚ ਫੀਸ ਹੁੰਦੀ ਆ। ਪਰ ਇਹ ਅੱਡ ਅੱਡ ਵਕੀਲਾਂ ਦਾ ਆਪੋ ਆਪਣਾ ਹਿਸਾਬ ਆ, ਕੋਈ ਸਟੈਂਡਰਡ ਨਹੀਂ ਹੈਗੀ ਵੀ ਇੱਕੋ ਹੀ ਫੀਸ ਆ ਸਾਰਿਆਂ ਦੀ। ਅਤੇ ਇਸ ਤੋਂ ਇਲਾਵਾ ਇੱਕ ਹੋਰ ਸਵਾਲ ਆ, ਉਹਨਾਂ ਨੇ ਕਿਹਾ ਕਿ ਸਰ ਸਾਡੇ ਪੇਪਰ 2006 ਜਨਵਰੀ ਦੇ ਲੱਗੇ ਆ, ਅਤੇ ਬ੍ਰਦਰ ਨੇ ਅਪਲਾਈ ਕੀਤਾ ਸੀਗਾ, ਅਤੇ ਕਿੰਨਾ ਟਾਈਮ ਲੱਗੂਗਾ। ਦੇਖੋ ਜੇ ਇਹ ਮੈਨੂੰ ਲੱਗਦਾ ਵੀ F4 ਕੈਟੇਗਰੀ ਆ ਜਿਹੜੀ ਭਰਾ ਭੈਣ ਦੀ ਆ, ਉੱਥੇ ਹੁਣ ਇਸ ਟਾਈਮ 2005 ਚੱਲ ਰਿਹਾ, ਜੇ 6 'ਚ ਕੀਤਾ ਤਾਂ ਵਾਰੀ ਆਉਣ ਵਾਲੀ ਆ, ਅਤੇ ਹੋ ਸਕਦਾ ਵੀ ਹੋਰ ਸਾਲ ਦੇ ਵਿੱਚ ਵਾਰੀ ਆ ਜਾਵੇ, ਅਤੇ ਡਿਪੈਂਡਿੰਗ ਔਨ ਕਿ ਕਿੰਨਾ ਕਿ ਇਹ ਫਾਸਟ ਮੂਵ ਹੁੰਦਾ। ਇੱਕ ਹੋਰ ਕੁਐਸਚਨ ਉਹਨਾਂ ਨੇ ਕਿਹਾ ਵੀ I-130 ਪਟੀਸ਼ਨ 'ਤੇ ਕਿੰਨਾ ਟਾਈਮ ਲੱਗਦਾ। ਦੇਖੋ I-130 ਪਟੀਸ਼ਨ ਡਿਪੈਂਡ ਕਰਦਾ ਕਿਹਨੇ ਫਾਈਲ ਕੀਤੀ ਹੈ। ਜੇ ਤਾਂ US ਸਿਟੀਜ਼ਨ ਨੇ ਫਾਈਲ ਕੀਤੀ ਆ ਵਿਆਹ ਦੀ ਬੇਸ 'ਤੇ, ਵੀ ਸਿਟੀਜ਼ਨ ਨੇ ਵਿਆਹ ਕਰਾਇਆ, ਫਿਰ ਤਾਂ ਉਹ ਤਕਰੀਬਨ ਵਾਰੀ ਸਾਲ ਦੇ ਅੰਦਰ ਅੰਦਰ ਆ ਜਾਂਦੀ ਆ। ਪਰ ਜੇ ਉਹ ਫਾਈਲ ਹੁਣ ਭਰਾ ਭੈਣ ਦੀ ਪਟੀਸ਼ਨ ਦੇ ਵਿੱਚ ਵੀ I-130 ਪਟੀਸ਼ਨ ਹੀ ਹੁੰਦੀ ਆ, ਜੇ ਉਹ 'ਚ ਕੀਤੀ ਆ F4 ਕੈਟੇਗਰੀ 'ਚ ਉਹਨੂੰ 15 ਸਾਲ ਲੱਗ ਰਹੇ ਆ, ਅਤੇ ਜੇ ਗ੍ਰੀਨ ਕਾਰਡ ਹੋਲਡਰ ਨੇ ਕੀਤੀ ਆ ਆਪਣੇ ਸਪਾਊਸ ਦੀ, ਹਸਬੈਂਡ ਵਾਈਫ ਦੀ, ਅਤੇ ਉਹਨੂੰ ਵੀ ਅੱਜ ਕੱਲ੍ਹ ਕਰੰਟ ਹੈਗਾ ਟਾਈਮ ਘੱਟ ਲੱਗ ਰਿਹਾ। ਸੋ ਡਿਪੈਂਡ ਕਰੂਗਾ ਵੀ ਕਿਹੜੀ ਕੈਟੇਗਰੀ ਦੇ ਵਿੱਚ ਇਹ ਹੈਗਾ। ਇੱਕ ਹੋਰ ਕੁਐਸਚਨ ਉਹਨਾਂ ਨੇ ਕਿਹਾ ਕਿ ਸਾਡੇ ਪੇਪਰ 2010 'ਚ ਅਪਲਾਈ ਕੀਤੇ ਆ, ਅਤੇ ਕਿੰਨਾ ਟਾਈਮ ਲੱਗੇਗਾ। ਜੇ ਹੁਣ 2010 ਦੇ ਵਿੱਚ F4 ਕੈਟੇਗਰੀ 'ਚ ਅਪਲਾਈ ਕੀਤੇ ਆ, ਜਿਹੜੀ ਕਿ ਭਰਾ ਭੈਣ ਦੀ ਆ, ਉਹਨੂੰ ਤਾਂ ਟਾਈਮ ਲੱਗੇਗਾ 5 ਸਾਲ। ਜਿਹੜੀ ਸਪੀਡ ਨਾਲ ਹੁਣ ਚੱਲ ਰਿਹਾ ਥੋੜ੍ਹਾ ਫਾਸਟ ਹੋ ਗਿਆ ਤਾਂ ਹੋਰ ਤੇਜ਼ ਹੋ ਜਾਏ, ਕਿਉਂਕਿ ਅਜੇ 2005 ਚੱਲ ਰਿਹਾ ਉੱਥੇ, ਸੋ 5 ਸਾਲ ਲੱਗ ਜਾਂਦੇ ਆ। ਅਤੇ ਦੂਜਾ ਇੱਕ ਕੁਐਸਚਨ ਹੈ ਕਿ ਉਹਨਾਂ ਨੇ ਕਿਹਾ ਕਿ ਮੇਰੇ ਹਸਬੈਂਡ ਇੱਥੇ C1 ਵੀਜ਼ੇ 'ਤੇ ਆਏ ਸੀਗੇ, ਅਤੇ ਉਹ ਹੁਣ ਵਾਪਸ ਜਾ ਕੇ ਇੱਥੇ ਆ ਸਕਦੇ ਆ। ਦੇਖੋ ਜਿਹੜਾ C1 ਵੀਜ਼ਾ ਹੁੰਦਾ ਇਹ ਆਮ ਤੌਰ 'ਤੇ ਜਿਹੜੇ ਮਤਲਬ ਸ਼ਿਪ 'ਤੇ ਆਉਂਦੇ ਆ ਉਹਨਾਂ ਨੂੰ ਮਿਲਦਾ, ਜਿਹੜੇ ਸ਼ਿਪ 'ਤੇ ਕੰਮ ਕਰਦੇ ਆ, ਅਤੇ ਇਹਦੀ ਇੱਕ ਮਿਆਦ ਹੁੰਦੀ ਆ, ਅਤੇ ਹੁਣ ਤੁਸੀਂ ਸ਼ਿਪ 'ਤੇ ਹੀ ਰਹਿਣਾ ਹੁੰਦਾ, ਪਰ ਉੱਥੋਂ ਵਾਪਸ ਜਾ ਸਕਦੇ ਹੋ। ਪਰ ਜੇ ਤੁਸੀਂ ਇਹ ਵੀਜ਼ਾ ਓਵਰਸਟੇ ਕਰ ਗਏ ਵੀ ਸ਼ਿਪ ਤੋਂ ਉਤਰ ਕੇ ਆ ਗਏ ਤਾਂ ਮੁੜ ਕੇ ਗਏ ਨਹੀਂ, ਫਿਰ ਜੇ ਵਾਪਸ ਜਾਓਗੇ ਤਾਂ ਅਮਰੀਕਾ ਦੇ ਵਿੱਚ ਐਂਟਰੀ ਨਹੀਂ ਮਿਲਣੀ, ਅਤੇ ਕਿਉਂਕਿ ਤੁਸੀਂ ਆਲਰੇਡੀ ਇਹਨੂੰ ਓਵਰਸਟੇ ਕਰਤਾ, ਫਿਰ ਤੁਹਾਨੂੰ ਦੁਬਾਰਾ ਆਉਣ 'ਚ ਪ੍ਰੋਬਲਮ ਆਏਗੀ। ਅਤੇ ਇੱਕ ਹੈਗਾ ਐਗਰੀਕਲਚਰ ਜਿਹੜਾ ਵੀਜ਼ੇ ਦਾ ਪ੍ਰੋਸੀਜਰ ਆ, ਉਹਦੇ ਬਾਰੇ ਦੱਸੋ। ਅਤੇ ਦੇਖੋ ਜਿਹੜਾ ਐਗਰੀਕਲਚਰ ਜਿਹੜਾ ਬਿੱਲ ਹੈਗਾ ਉਹ ਪਾਸ ਹੋਇਆ, ਹਾਊਸ ਦੇ ਵਿੱਚ ਪਾਸ ਹੋਇਆ, ਪਰ ਅਜੇ ਸੈਨੇਟ 'ਚ ਗਿਆ। ਹੁਣ ਤੇ ਜਿਵੇਂ ਹੁਣੇ ਮੈਂ ਦੱਸ ਕੇ ਹਟਿਆ ਵੀ ਸੈਨੇਟ ਦੇ ਵਿੱਚ ਇੱਕ ਬਾਈ ਪਾਰਟੀਜ਼ਨ ਜਿਹੜੇ ਸੈਂਟਰ ਨੇ ਦੋਨਾਂ ਪਾਰਟੀਆਂ ਦੇ, ਰਿਪਬਲਿਕਨ ਅਤੇ ਡੈਮੋਕ੍ਰੈਟਿਕ, ਉਹਨਾਂ ਦੀ ਮੀਟਿੰਗ ਹੋਈ ਹੈ ਵੈਨਸਡੇ। ਇਹਦੇ ਬਾਰੇ ਚੰਗੀ ਗੱਲ ਆ, ਉਹ ਗੱਲ ਅੱਗੇ ਤੁਰ ਰਹੀ ਆ, ਅਤੇ ਹੁਣ ਦੇਖਾਂਗੇ ਵੀ ਉਹਨੂੰ ਕਿੰਨਾ ਕੁ ਟਾਈਮ ਲੱਗਦਾ ਸੈਨੇਟ ਦੇ ਵਿੱਚ, ਅਤੇ ਕੀ ਸ਼ਰਤਾਂ ਉੱਥੇ ਰੱਖਦੇ ਆ। ਫਿਲਹਾਲ ਜਿਹੜਾ ਬਿੱਲ ਆ ਉਹਦੇ ਵਿੱਚ ਤਾਂ ਇਹ ਆ ਕਿ ਪਿਛਲੇ 2 ਸਾਲਾਂ ਦੇ ਵਿੱਚ ਬੰਦੇ ਨੇ ਐਗਰੀਕਲਚਰ ਦੇ ਵਿੱਚ ਕੰਮ ਕੀਤਾ ਹੋਵੇ, ਅਤੇ ਉਹ ਕੰਮ ਜਿਹੜਾ ਹੈਗਾ ਉਹ 100 ਦਿਨ ਵੀ ਘੱਟੋ ਘੱਟ 1 ਸਾਲ 'ਚ ਕੀਤਾ ਹੋਵੇ, ਵੀ ਜਿਵੇਂ 3.5-4 ਮਹੀਨੇ 1 ਸਾਲ 'ਚ ਕੀਤਾ, ਫਿਰ ਅਗਲੇ 'ਚ ਕੀਤਾ, ਉਸ ਤੋਂ ਬਾਅਦ ਉਹਨੂੰ ਜਿਹੜਾ ਟੈਂਪਰੇਰੀ ਸਟੇਟਸ ਮਿਲੂਗਾ। ਅਤੇ ਜੇ ਉਹ ਬੰਦੇ ਨੇ ਪਿਛਲੇ 10 ਸਾਲ ਤੋਂ ਕੰਮ ਕਰ ਰਿਹਾ ਤਾਂ ਫਿਰ ਉਹਨੂੰ 4 ਸਾਲਾਂ ਬਾਅਦ ਗ੍ਰੀਨ ਕਾਰਡ ਕਰ ਸਕਦਾ, ਜਿਸ ਤੋਂ ਘੱਟ ਕਰ ਰਿਹਾ ਫਿਰ 8 ਸਾਲਾਂ ਬਾਅਦ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ। ਇਸ ਤਰ੍ਹਾਂ ਦਾ
ਲੇਕਿਨ ਇਹਦੇ ਵਿੱਚ ਕੁਝ ਚੇਂਜਸ ਆਉਣਗੀਆਂ, ਕੀ ਅਮੈਂਡਮੈਂਟਸ ਆਉਣਗੀਆਂ, ਇਹ ਪਤਾ ਲੱਗੇਗਾ ਜਦੋਂ ਸੈਨੇਟ ਦੇ ਵਿੱਚ ਇਹ ਕੇਸ ਪਾਸ ਹੁੰਦਾ ਤੇ ਇਹ ਜਦੋਂ ਇਹ ਲਾ ਬਣਦਾ ਤੇ ਜਦੋਂ ਇਹ ਬਿੱਲ ਜਿਹੜਾ ਹੈਗਾ ਉੱਥੋਂ ਮਨਜ਼ੂਰੀ ਮਿਲੂਗੀ। ਜਿੰਨੀ ਦੇਰ ਇਹ ਮਤਲਬ ਸੈਨੇਟ ਦੇ ਵਿੱਚ ਨਹੀਂ ਪਾਸ ਹੁੰਦਾ ਉਨੀ ਦੇਰ ਤੱਕ ਲਾ ਨਹੀਂ ਬਣ ਸਕਦਾ। ਸੋ ਉਹ ਜਿਉਂ-ਜਿਉਂ ਹੋਊਗੀ ਡਿਵੈਲਪਮੈਂਟ ਉਵੇਂ ਤੁਹਾਨੂੰ ਦੱਸਾਂਗੇ। ਤੇ ਇਸ ਤੋਂ ਬਾਅਦ ਇੱਕ ਹੋਰ ਸੇਮ F4 ਕੈਟੇਗਰੀ ਦਾ ਸਵਾਲ ਆ। ਉਹਨਾਂ ਨੇ ਕਿਹਾ ਕਿ ਜੀ F4 ਕੈਟੇਗਰੀ ਅਸੀਂ ਜਨਵਰੀ 2006 'ਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗੂਗਾ? ਦੇਖੋ ਜੇ 2005 ਚੱਲ ਰਿਹਾ, ਸੋ 6 ਦੀ ਵਾਰੀ ਆਉਣ ਵਾਲੀ ਹੈ। 6 ਤੁਹਾਨੂੰ ਜਲਦੀ ਮੇਰਾ ਖਿਆਲ ਆ ਉਹਨਾਂ ਨੇ NVC ਦੇ ਜਿਹੜੇ ਪੇਪਰ ਆ ਜਾਣੇ ਆ ਕਿ ਜਿਹੜਾ ਐਫੀਡੇਵਿਟ ਆਫ ਸਪੋਰਟ ਵਗੈਰਾ ਸਿਵਲ ਡਾਕੂਮੈਂਟ ਜਮ੍ਹਾਂ ਕਰਾਓ ਤੇ ਛੇਤੀ ਵਾਰੀ ਆ ਜਾਏਗੀ। ਤੇ ਉਹਨਾਂ ਨੇ ਇੱਕ ਹੋਰ ਕੁਐਸਚਨ ਆਇਆ, ਉਹਨਾਂ ਨੇ ਕਿਹਾ ਵੀ ਸਰ ਫੈਮਿਲੀ ਨੂੰ ਹੁਣ ਡਿਪੋਰਟ ਤਾਂ ਨਹੀਂ ਕਰ ਰਹੇ, ਇਹਦੇ ਬਾਰੇ ਦੱਸੋ। ਦੇਖੋ ਜਿਹੜੀ ਅਮਰੀਕਾ ਦੀ ਡੈਪੂਟੇਸ਼ਨ ਨੀਤੀ ਆ ਉਹ 'ਚ ਕਾਫੀ ਬਦਲਾਅ ਆਇਆ। ਇਹਨਾਂ ਨੇ ਹੁਣ ਜਿਹੜਾ ਟੈਸਟ ਬਣਾਇਆ ਉਹਦੇ ਸਿਰਫ ਇਹ 3 ਕੈਟੇਗਰੀਆਂ ਦੇ ਬੰਦਿਆਂ ਨੂੰ ਡਿਪੋਰਟ ਕਰ ਰਹੇ ਆ। ਪਹਿਲੇ ਉਹ ਜਿਹੜੇ ਕਿ ਅਮਰੀਕਾ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਆ ਉਹਨੂੰ ਖਤਰਾ, ਜਿਵੇਂ ਕੋਈ ਟੈਰਰਿਜ਼ਮ ਵਗੈਰਾ 'ਚ। ਦੂਸਰੇ ਉਹ ਬੰਦਿਆਂ ਨੂੰ ਡਿਪੋਰਟ ਕਰ ਰਹੇ ਨੇ ਜਿਹੜੇ ਬੰਦਿਆਂ ਨੇ ਇੱਥੇ ਕ੍ਰਾਈਮ ਕੀਤੇ ਨੇ, ਫੈਲਨੀ ਲੱਗੀ ਹੈ ਜਾਂ ਕੋਈ ਸੀਰੀਅਸ ਕ੍ਰਾਈਮ ਦੇ ਵਿੱਚ ਇਨਵੋਲਵਡ ਨੇ। ਤੀਸਰੇ ਉਹ ਬੰਦੇ ਨੇ ਜਿਹੜੇ ਕਿ ਨਵੰਬਰ 2020 ਤੋਂ ਬਾਅਦ ਅਮਰੀਕਾ 'ਚ ਐਂਟਰ ਹੋਏ ਨੇ, ਜਿਵੇਂ ਕਿ ਹੁਣ ਐਂਟਰ ਹੋ ਰਹੇ ਨੇ। ਸੋ ਜਿਹੜਾ ਬੰਦਾ ਬੜੀ ਦੇਰ ਤੋਂ ਰਹਿ ਰਿਹਾ, ਨਵੰਬਰ 2020 ਤੋਂ ਪਹਿਲਾਂ ਰਹਿ ਰਿਹਾ, ਉਹਨੇ ਕੋਈ ਫੈਲਨੀ ਨਹੀਂ ਕੀਤੀ, ਕੋਈ ਕ੍ਰਾਈਮ ਨਹੀਂ ਕੀਤਾ ਅਤੇ ਉਹ 'ਤੇ ਕੋਈ ਇਹੋ ਜਿਹਾ ਚਾਰਜ ਨਹੀਂ ਹੈ ਕਿਸੇ ਮਾੜੇ ਚੰਗੇ ਕੰਮ ਦਾ, ਅਤੇ ਉਹ ਬੰਦੇ ਨੂੰ ਇਹ ਡਿਪੋਰਟ ਨਹੀਂ ਕਰ ਰਹੇ। ਸੋ ਇਸ ਕਰਕੇ ਉਹਦੇ ਵਾਸਤੇ ਵੱਡੀ ਰਾਹਤ ਆ। ਅਤੇ ਇੱਕ ਹੋਰ ਕੁਐਸਚਨ ਆ ਸੇਮ, ਉਹਨਾਂ ਨੇ ਕਿਹਾ ਕਿ F4 ਕੈਟੇਗਰੀ 2007 'ਚ ਅਪਲਾਈ ਕੀਤਾ, ਕਿੰਨਾ ਟਾਈਮ ਲੱਗੂਗਾ? ਅਜੇ 2005 ਚੱਲ ਰਿਹਾ, ਹੁਣ ਦੇਖਦੇ ਹਾਂ ਕਿੰਨਾ ਫਾਸਟ ਮੂਵ ਹੁੰਦਾ। ਅਤੇ ਇਹ ਹੁਣ ਜਦੋਂ ਅੱਗੇ ਚੱਲੇਗਾ ਤਾਂ ਸਾਲ ਡੇਢ ਸਾਲ ਹੋਰ ਲੱਗ ਸਕਦਾ, ਹੋ ਸਕਦਾ ਜ਼ਿਆਦਾ ਵੀ ਲੱਗ ਜਾਵੇ। ਅਤੇ ਇਹਦੇ ਨਾਲ ਤੁਹਾਡੇ ਕੁਛ ਹੋਰ ਸਵਾਲ ਲੈ ਲੈਂਦੇ ਹਾਂ। ਅਤੇ ਉਹਨਾਂ ਨੇ ਕਿਹਾ ਜੀ ਕਿ ਇਹ ਦੱਸੋ ਕਿ B1 B2 ਵੀਜ਼ਾ ਕਦੋਂ ਓਪਨ ਹੋਣਾ? ਦੇਖੋ B1 B2 ਵੀਜ਼ਾ ਤਾਂ ਇਹ 'ਤੇ ਤਾਂ ਕਦੇ ਮਤਲਬ ਬੰਦ ਹੀ ਨਹੀਂ ਸੀ ਹੋਇਆ, ਜਿਵੇਂ ਬਾਕੀ ਵੀਜ਼ੇ ਬੰਦ ਹੋਏ ਸੀ, ਇਹ ਨਹੀਂ ਸੀ ਹੋਇਆ। ਇਹ ਤਾਂ ਓਪਨ ਹੀ ਆ, ਤੁਸੀਂ ਅਪਲਾਈ ਕਰ ਸਕਦੇ ਹੋ। ਪਰ ਜਿਹੜੀਆਂ ਐਮਬੈਸੀਆਂ ਹੈਗੀਆਂ ਉਹ ਮਤਲਬ ਘੱਟ ਇੰਟਰਵਿਊਆਂ ਕਰ ਰਹੀਆਂ, ਇੰਨੀਆਂ ਜ਼ਿਆਦਾ ਨਹੀਂ, ਪਰ ਤੁਸੀਂ ਅਪਲਾਈ ਕਰਕੇ ਦੇਖ ਸਕਦੇ ਹੋ। ਇੱਕ ਹੋਰ ਕੁਐਸਚਨ ਸੀਗਾ, ਉਹਨਾਂ ਨੇ ਕਿਹਾ ਕਿ 10 ਸਾਲ ਤੋਂ ਸਮਾਂ ਹੋ ਗਿਆ ਪਟੀਸ਼ਨ ਅਪਰੂਵ ਹੋਈ ਨੂੰ, ਅਤੇ ਉਹ ਜਿਹੜਾ ਐਕਟ ਹੈਗਾ 2021 ਵਾਲਾ, ਉਹਦੇ ਵਿੱਚ ਜਿਹੜਾ ਉਹ ਰੱਖੀ ਆ ਪ੍ਰੋਵੀਜ਼ਨ ਵੀ ਉਹ ਕਦੋਂ ਲਾਗੂ ਹੋਏਗੀ। ਜਿਹੜਾ ਐਕਟ ਹੈਗਾ ਸਿਟੀਜ਼ਨਸ਼ਿਪ ਐਕਟ ਆਫ 2021, ਇਹਦੇ ਵਿੱਚ ਜ਼ਰੂਰ ਰੱਖਿਆ ਗਿਆ ਕਿ 10 ਸਾਲ ਤੋਂ ਉੱਪਰ ਜਿਹੜੇ ਬੰਦੇ ਹੈਗੇ ਆ ਵੀ ਜਿਨ੍ਹਾਂ ਦੀ ਕਿ ਜਿਹੜੀ ਪਟੀਸ਼ਨ ਅਪਰੂਵ ਹੋਈ ਹੈ, ਜਿਵੇਂ ਕਿਸੇ ਨੇ F4 ਕੈਟੇਗਰੀ 'ਚ ਕੀਤਾ ਅਤੇ ਉਹਨੇ 2007 'ਚ ਕੀਤਾ ਜਾਂ 8 'ਚ ਕੀਤਾ, ਅਤੇ ਉਹਨੂੰ ਹੁਣ 10 ਸਾਲ ਤੋਂ ਉੱਪਰ ਹੋ ਗਏ, ਅਤੇ ਉਸ ਤੋਂ ਬਾਅਦ ਜਿਹੜੀ ਅਪਰੂਵਲ ਵੀ ਆਈ ਹੋਵੇ ਉਦੋਂ ਦੀ, ਉਹ ਕਈਆਂ ਦੀ ਅਪਰੂਵਲ ਹੀ ਬਹੁਤ ਸਾਲਾਂ ਬਾਅਦ ਆਉਂਦੀ ਹੈ, ਪਰ ਜਿਹਦੀ ਅਪਰੂਵਲ ਆਈ ਆ ਉਹਨੂੰ ਫਿਰ ਜੇ 10 ਸਾਲ ਹੋ ਗਏ ਤਾਂ ਉਹ ਇੱਥੇ ਆ ਸਕਦਾ, ਇੱਥੇ ਆ ਕੇ ਵੇਟ ਕਰ ਸਕਦਾ, ਇੱਥੇ ਗ੍ਰੀਨ ਕਾਰਡ ਮਿਲੇਗਾ। ਪਰ ਇਹ ਐਕਟ ਅਜੇ ਪਾਸ ਨਹੀਂ ਹੋਇਆ, ਅਜੇ ਰੱਖਿਆ ਹੀ ਆ, ਅਤੇ ਜਦੋਂ ਪਾਸ ਹੋਏਗਾ ਫਿਰ ਇਹ ਲਾਗੂ ਹੋਏਗਾ। ਅਜੇ ਤੱਕ ਤਾਂ ਉਹ ਅਜੇ ਕਾਨੂੰਨ ਬਣਿਆ ਨਹੀਂ, ਪਰ ਇਹ ਪ੍ਰੋਵੀਜ਼ਨ ਜ਼ਰੂਰ ਰੱਖੀ ਗਈ ਹੈ। ਜਦੋਂ ਬਣੇਗਾ ਤਾਂ ਉਹਦੇ ਬਾਰੇ ਜਾਣਕਾਰੀ ਦੇਵਾਂਗੇ। ਇੱਕ ਹੋਰ ਨੇ ਕਿਹਾ ਕਿ F3 ਕੈਟੇਗਰੀ 2016 ਵਿੱਚ ਅਪਲਾਈ ਕੀਤਾ, ਟਾਈਮ ਲੱਗੂ? ਇਹਦੇ ਵਿੱਚ ਵੀ ਟਾਈਮ ਲੱਗੂਗਾ ਜੀ, ਇਹਦੇ 'ਚ ਅਜੇ ਜਿਹੜਾ ਪਿੱਛੇ ਚੱਲ ਰਿਹਾ 16 ਨਹੀਂ ਅਜੇ ਆਇਆ। ਅਤੇ ਇੱਕ ਹੋਰ ਉਹਨਾਂ ਨੇ ਕਿਹਾ ਵੀ 2015 'ਚ ਅਪਲਾਈ ਕੀਤਾ ਅਤੇ ਅਜੇ ਤੱਕ ਕੋਈ ਅਪਰੂਵਲ ਲੈਟਰ ਨਹੀਂ ਆਈ। ਦੇਖੋ ਇਹਦੇ ਬਾਰੇ ਅਪਰੂਵਲ ਲੈਟਰ ਲੈਣ ਲਈ ਤੁਹਾਨੂੰ ਇਮੀਗ੍ਰੇਸ਼ਨ ਨੂੰ ਕੰਟੈਕਟ ਕਰਨਾ ਪੈਣਾ, ਕਿਉਂਕਿ ਜਿੰਨੀ ਦੇਰ ਅਪਰੂਵਲ ਲੈਟਰ ਹੀ ਨਹੀਂ ਆਉਂਦੀ ਉਨੀ ਦੇਰ ਤੱਕ ਕੇਸ ਇਹ ਤੁਹਾਡਾ ਅੱਗੇ ਤੋਂ ਜਿਹੜਾ ਹੈਗਾ NVC ਨੂੰ ਨਹੀਂ ਜਾਣਾ। ਅਤੇ ਕਿਉਂ ਨਹੀਂ ਅਪਰੂਵਲ ਲੈਟਰ ਆਈ, ਇਹਦੇ ਬਾਰੇ ਪਤਾ ਕਰਨਾ ਜ਼ਰੂਰੀ ਆ। ਅਤੇ ਹੋ ਸਕਦਾ ਉਹਨਾਂ ਨੇ ਕੋਈ ਡਾਕੂਮੈਂਟ ਮੰਗੇ ਹੋਣ ਜਾਂ ਕੁਛ ਹੋਵੇ, ਸੋ ਇਹਦੇ ਬਾਰੇ ਤੁਸੀਂ ਜ਼ਰੂਰ ਉੱਥੇ ਪਤਾ ਕਰੋ। ਅਤੇ ਇਹ ਬੜਾ ਇੰਪੋਰਟੈਂਟ ਆ, ਇੰਨੇ ਸਾਲ ਹੋ ਗਏ ਵੀ ਜਿਹੜੀ ਅਪਰੂਵਲ ਕਿਉਂ ਨਹੀਂ ਆਈ। ਈਮੇਲ ਕਰੋ, ਚਿੱਠੀ ਲਿਖੋ, ਅਤੇ ਜਾਂ ਸਾਡੇ ਨਾਲ ਸੰਪਰਕ ਕਰੋ, ਅਸੀਂ ਫਿਰ ਜਿਹੜਾ ਪਤਾ ਉੱਥੋਂ ਕਰ ਸਕਦੇ ਹਾਂ। ਇਹ ਇੱਕ ਹੋਰ ਹੈ, ਉਹਨਾਂ ਨੇ ਕਿਹਾ ਜੀ ਕਿ ਮੇਰੇ ਹਸਬੈਂਡ ਨੇ ਗ੍ਰੀਨ ਕਾਰਡ ਦੀ ਫਾਈਲ 2020 'ਚ ਫਰਵਰੀ ਮੁੰਬਈ ਜਿਹੜੀ ਹੈਗੀ ਆ ਉਹ ਇੰਟਰਵਿਊ ਲਈ ਆਉਣੀ ਸੀ, ਪਰ ਉਹ ਨਹੀਂ ਆਈ ਕਿਉਂਕਿ ਬੰਦ ਹੋ ਗਿਆ। ਅਤੇ ਪਰ ਹੁਣ ਤਾਂ ਉਹ ਜਿਹੜਾ ਹੈਗਾ ਉਹ ਖੁੱਲ੍ਹ ਗਿਆ, ਅਤੇ ਹੁਣ ਆਉਣੀ ਚਾਹੀਦੀ ਆ। ਤੁਸੀਂ ਕੰਟੈਕਟ ਕਰੋ ਐਮਬੈਸੀ ਦੇ ਨਾਲ, NVC ਦੇ ਨਾਲ, ਉਹਨਾਂ ਨੂੰ ਈਮੇਲ ਕਰੋ, ਲੈਟਰ ਲਿਖੋ, ਅਤੇ ਉੱਥੋਂ ਪਤਾ ਕਰੋ, ਅਤੇ ਇੰਟਰਵਿਊ ਆਉਣੀ ਚਾਹੀਦੀ ਹੈ। ਕਿਉਂਕਿ ਹੁਣ ਉਹ ਜਿਹੜਾ ਅੱਗੇ ਪਹਿਲਾਂ ਬੰਦ ਸੀਗਾ ਉਹ ਸਾਰਾ ਚੇਂਜ ਹੋ ਗਿਆ, ਹੁਣ ਇੰਟਰਵਿਊ ਆ ਰਹੀਆਂ। ਅਤੇ ਇੱਕ ਉਹਨਾਂ ਨੇ ਕਿਹਾ ਕਿ ਜਿਹੜਾ ਕੇਸ ਵਾਜ਼ ਰਿਸੀਵਡ ਬਾਏ ਮਾਈ ਲੋਕਲ ਆਫਿਸ ਦਾ ਕੀ ਮਤਲਬ ਆ? ਲੋਕਲ ਆਫਿਸ ਦਾ ਮਤਲਬ ਇਹ ਆ ਵੀ ਜਿਹੜਾ ਕੇਸ ਆ ਉਹ ਜਿਹੜਾ ਸਰਵਿਸ ਸੈਂਟਰ ਤੋਂ ਬਾਅਦ ਲੋਕਲ ਆਫਿਸ ਚਲੇ, ਕਿਉਂਕਿ ਜਦੋਂ ਆਪਾਂ ਅਪਲਾਈ ਕਰਦੇ ਹਾਂ ਲੋਕਲ ਆਫਿਸ 'ਚ ਨਹੀਂ ਕਰਦੇ, ਉਹ ਹਮੇਸ਼ਾ ਸਰਵਿਸ ਸੈਂਟਰ 'ਚ ਕਰਦੇ ਹਾਂ। ਚਾਹੇ ਉਹ ਲਗੂਨਾ ਨਗਲ ਸਰਵਿਸ ਸੈਂਟਰ ਹੈ, ਚਾਹੇ ਨਬਰਾਸਕਾ ਸਰਵਿਸ ਸੈਂਟਰ ਹੈ, ਚਾਹੇ ਟੈਕਸਸ ਸਰਵਿਸ ਸੈਂਟਰ ਹੈ, ਅਤੇ
ਚਾਹੇ ਵਰਮੌਂਟ ਸਰਵਿਸ ਸੈਂਟਰ ਹੈ, ਅੱਡ ਸਰਵਿਸ ਸੈਂਟਰ ਨੇ, ਉੱਥੋਂ ਫਿਰ ਉਹ ਕੇਸ ਪ੍ਰੋਸੈਸ ਕਰਕੇ ਤੁਹਾਡਾ ਜਿੱਥੋਂ ਦਾ ਐਡਰੈਸ ਹੁੰਦਾ ਉਹਦਾ ਤੁਹਾਡਾ ਜਿਹੜਾ ਲੋਕਲ ਆਫਿਸ ਉਹਨੂੰ ਭੇਜ ਦਿੰਦੇ ਨੇ। ਜੇ ਤੁਸੀਂ ਨਿਊਯਾਰਕ ਰਹਿੰਦੇ ਹੋ ਤਾਂ ਨਿਊਯਾਰਕ ਭੇਜ ਦਿੰਦੇ ਆ, ਕੈਲੀਫੋਰਨੀਆ ਰਹਿੰਦੇ ਹੋ ਡਿਪੈਂਡਿੰਗ ਔਨ ਕਿਹੜੀ ਜਗ੍ਹਾ, ਜੇ ਤੁਸੀਂ ਰਹਿੰਦੇ ਹੋ ਫ੍ਰਿਜ਼ਨੋ ਏਰੀਆ ਫਿਰ ਫ੍ਰਿਜ਼ਨੋ, ਜੇ ਬੇ ਏਰੀਆ 'ਚ ਫਿਰ ਸੈਨ ਫਰਾਂਸਿਸਕੋ, LA ਏਰੀਆ 'ਚ LA, ਇਸ ਤਰ੍ਹਾਂ ਉਹ ਫਿਰ ਲੋਕਲ ਆਫਿਸ ਕੋਲ ਜਦੋਂ ਆ ਜਾਂਦਾ ਇਹਦਾ ਮਤਲਬ ਅੱਗੇ ਇੰਟਰਵਿਊ ਸਕੈਜੂਲ ਹੋਏਗੀ। ਅਤੇ ਇਸ ਤੋਂ ਇਲਾਵਾ ਇੱਕ ਹੋਰ ਕੁਐਸਚਨ ਹੈ ਕਿ ਮੇਰੀ ਸਿਸਟਰ ਨੇ 2006 ਅਗਸਤ 'ਚ ਅਪਲਾਈ ਕੀਤਾ ਸੀ ਅਤੇ ਕਿੰਨਾ ਟਾਈਮ ਲੱਗੇਗਾ। ਇਹ ਉਹੀ F4 ਕੈਟੇਗਰੀ ਹੈ, ਇਹਨੂੰ ਅਜੇ 2005 ਚੱਲ ਰਿਹਾ ਪਰ 6 ਆਉਣ ਵਾਲਾ। ਸੋ ਤੁਹਾਨੂੰ ਹੁਣ ਮੇਰਾ ਖਿਆਲ ਆ ਜਿਹੜੀਆਂ ਹੈਗੀਆਂ ਚਿੱਠੀਆਂ ਆਉਣਗੀਆਂ ਆਹ ਸਾਲ ਦੇ ਵਿੱਚ, ਤੁਹਾਨੂੰ NVC ਦਾ ਜਿਹੜਾ ਹੈਗਾ ਪ੍ਰੋਸੈਸ ਉਹ ਮਤਲਬ ਸਟਾਰਟ ਹੋ ਜਾਏਗਾ। ਉਸ ਤੋਂ ਬਾਅਦ ਫਿਰ NVC ਤੁਹਾਡੇ ਕੋਲੋਂ ਡਾਕੂਮੈਂਟ ਮੰਗਣਗੇ ਕਿ ਤੁਸੀਂ ਐਫੀਡੇਵਿਟ ਆਫ ਸਪੋਰਟ ਭੇਜੋ ਹੋਰ ਸਾਰਾ, ਅਤੇ ਉਸ ਤੋਂ ਬਾਅਦ ਅੱਗੇ ਫਿਰ ਜਿਹੜੀ ਫਰਦਰ ਪ੍ਰੋਸੈਸਿੰਗ ਹੋਏਗੀ। ਅਤੇ ਇੱਕ ਕੇਸ ਹੈ ਕਿ ਵੀ ਸਾਡਾ ਵਿਜ਼ਟਰ ਵੀਜ਼ਾ ਲੱਗਿਆ ਅਤੇ ਅਸੀਂ ਆ ਸਕਦੇ ਹਾਂ। ਹਾਂ ਜ਼ਰੂਰ ਆ ਸਕਦੇ ਹੋ, ਕਿਉਂਕਿ ਜੇ ਤੁਹਾਡਾ ਵਿਜ਼ਟਰ ਵੀਜ਼ਾ ਹੈਗਾ ਅਤੇ ਤੁਸੀਂ ਇੱਥੇ ਆ ਸਕਦੇ ਹੋ। ਆ ਕੇ ਤੁਸੀਂ ਇੱਥੇ ਮਤਲਬ ਅਮਰੀਕਾ ਦੇ ਵਿੱਚ ਤੁਹਾਨੂੰ ਐਂਟਰੀ ਮਿਲੂਗੀ ਜੇ ਉਹ 'ਚ ਕੋਈ ਵਾਇਲੇਸ਼ਨ ਨਹੀਂ ਹੈਗੀ। ਅਤੇ ਜੇ ਏਅਰਲਾਈਨ ਚੱਲ ਰਹੀ ਹੈ, ਐਕਸੈਪਟ ਕਰ ਰਹੀ ਹੈ, ਤੁਸੀਂ ਆ ਸਕਦੇ ਹੋ ਜੇ ਤੁਹਾਡੇ ਕੋਲ ਵੈਲਿਡ ਵੀਜ਼ਾ। F4 ਵੀਜ਼ਾ 2008 ਜਨਵਰੀ ਦਾ ਅਪਲਾਈ ਹੋਇਆ, ਕਿੰਨਾ ਟਾਈਮ ਲੱਗੇਗਾ? ਦੇਖੋ 2005 ਚੱਲ ਰਿਹਾ, ਉੱਥੋਂ ਤੁਸੀਂ ਕਹਿੰਦੇ ਹੋ ਵੀ ਅਜੇ 2-3 ਸਾਲ ਹੋਰ ਲੱਗ ਸਕਦੇ ਆ, ਪਰ ਜੇ ਕੁਛ ਫਾਸਟ ਹੋ ਗਿਆ ਤਾਂ ਹੋ ਸਕਦਾ ਥੋੜ੍ਹਾ ਟਾਈਮ ਘੱਟ ਜੇ। ਇੱਕ ਹੋਰ ਕੁਐਸਚਨ ਹੈ ਜੀ ਕਿ ਜੋ ਬਾਰਡਰ ਤੋਂ ਕ੍ਰੋਸ ਕਰਕੇ ਆ ਰਹੇ ਆ ਉਹ ਬਾਹਰ ਨਿਕਲ ਰਹੇ ਨੇ, ਬੌਂਡ ਹੋ ਰਹੇ ਆ ਕਿ ਨਹੀਂ। ਦੇਖੋ ਇਸ ਤਰ੍ਹਾਂ ਕਿ ਉਹਦੇ ਬਾਰੇ ਆਪਾਂ ਗੱਲ ਕਰਕੇ ਹਟੇ ਹਾਂ ਕਿ ਬਾਰਡਰ 'ਤੇ ਬਹੁਤ ਵੱਡਾ ਕ੍ਰਾਈਸਿਸ ਹੈ ਇਸ ਟਾਈਮ 'ਤੇ। ਕਾਫੀ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਉੱਥੇ ਆ ਗਏ 18 ਸਾਲ ਤੋਂ ਘੱਟ। ਅਤੇ ਪਿੱਛੇ ਇਹ ਖਬਰ ਆਈ ਆ ਵੀ 1-2 ਬੱਚਿਆਂ ਦੀ ਦਰਿਆ ਜਿਹੜਾ ਆਪਣਾ ਕ੍ਰੋਸ ਕਰਦੇ ਮੌਤ ਵੀ ਹੋਈ ਆ। ਇਹ ਬੜੀ ਜਿਹੜੀ ਹੈਗੀ ਦੁਖਦਾਈ ਖਬਰ ਆ। ਅਤੇ ਉਹਦੇ ਕਰਕੇ ਜਿਹੜੇ ਤਾਂ ਫੈਮਲੀਆਂ ਦੇ ਨਾਲ ਆ ਰਹੇ ਨੇ, ਜਿਵੇਂ ਹਸਬੈਂਡ ਵਾਈਫ ਅਤੇ ਬੱਚੇ ਆ, ਉਹਨਾਂ ਨੂੰ ਤਾਂ ਜਿਹੜੀ ਸਰਕਾਰ ਦੀ ਨਰਮੀ ਹੈਗੀ ਆ ਵੀ ਉਹਨਾਂ ਨੂੰ ਅੱਡ ਨਹੀਂ ਕਰਦੇ ਮਾਂ ਬਾਪ ਨਾਲੋਂ। ਪਰ ਜਿਹੜੇ 18 ਸਾਲ ਤੋਂ ਉੱਪਰ ਦੀ ਉਮਰ ਨਾਲ ਆ ਰਹੇ ਆ ਉਹਨਾਂ ਦੀ ਸਖਤੀ ਅਜੇ ਵੀ ਹੈਗੀ। ਉਹਨਾਂ 'ਚੋਂ ਅਜੇ ਵੀ ਜਿਹੜੀ ਹੁੰਦੀ ਹੈ ਕ੍ਰੈਡੀਬਲ ਫੀਅਰ ਇੰਟਰਵਿਊ 'ਚੋਂ ਕਈ ਬੰਦੇ ਫੇਲ ਹੋ ਰਹੇ ਆ, ਬੌਂਡ ਨਹੀਂ ਵੀ ਹੋ ਰਹੇ। ਪਰ ਇਹ ਆ ਵੀ ਅਜੇ ਸਖਤੀ ਹੈ। ਇਹ ਉਹ ਗੱਲ ਨਹੀਂ ਹੈਗੀ ਵੀ ਜਿਹੜਾ ਆ ਗਿਆ ਬਾਹਰ ਆ ਜਾਊਗਾ, ਉਹਨੂੰ ਪਹਿਲਾਂ ਕ੍ਰੈਡੀਬਲ ਫੀਅਰ ਇੰਟਰਵਿਊ 'ਚੋਂ ਲੰਘਣਾ ਪਊਗਾ। ਜੇ ਉੱਥੇ ਪਾਸ ਹੁੰਦਾ ਫਿਰ ਬੌਂਡ 'ਤੇ ਜਾਏਗਾ। ਅਤੇ ਕਾਫੀ ਬੰਦਿਆਂ ਨੂੰ ਇਹਨਾਂ ਨੇ ਪਿੱਛੇ ਕ੍ਰੈਡੀਬਲ ਫੀਅਰ 'ਚੋਂ ਫੇਲ ਵੀ ਕੀਤਾ। ਸੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਆਉਣ ਦੀ ਕਾਹਲੀ ਨਾ ਕਰੋ, ਕਿ ਜਿਹੜਾ ਇਹ ਤਰੀਕਾ ਗਲਤ ਆ। ਜਿਸ ਤਰੀਕੇ ਨਾਲ ਬਾਰਡਰ 'ਚੋਂ ਏਜੰਟ ਲੈ ਕੇ ਆਉਂਦੇ ਆ, ਬਹੁਤ ਖਤਰਾ ਉਹਦੇ 'ਚ। ਜਿਹੜੇ ਬੰਦੇ ਲਿਆਉਂਦੇ ਆ ਪਹਿਲਾਂ ਤਾਂ ਉਹੀ ਜਿਹੜੇ ਨੇ ਉਹ ਮਤਲਬ ਗੈਂਗਸ ਨੇ, ਜਾਂ ਉਹ ਜਿਹੜੇ ਹੈਗੇ ਆ ਉਹ ਤੁਹਾਡੀ ਕੋਈ ਜਿਹੜੀ ਸੇਫਟੀ ਹੈਗੀ ਉਹਦੀ ਕੋਈ ਗਰੰਟੀ ਨਹੀਂ। ਸੋ ਇਸ ਕਰਕੇ ਬੜਾ ਜ਼ੋਖਮ ਹੈ। ਅਤੇ ਮੇਰੀ ਇਹੀ ਸਾਰਿਆਂ ਨੂੰ ਬੇਨਤੀ ਆ ਵੀ ਇਸ ਤਰੀਕੇ ਨਾਲ ਨਾ ਆਓ ਅਮਰੀਕਾ, ਸਹੀ ਤਰੀਕੇ ਨਾਲ ਆਓ। ਜਿਹੜਾ ਬਾਰਡਰ ਕ੍ਰੋਸ ਕਰਕੇ ਆਉਣਾ ਇਹ ਤਰੀਕਾ ਖਤਰਨਾਕ ਵੀ ਹੈ, ਗਲਤ ਵੀ ਆ। ਅਤੇ ਕੋਈ ਪੱਕਾ ਨਹੀਂ ਹੈ ਵੀ ਤੁਸੀਂ ਜੇ ਆਓਗੇ ਤਾਂ ਤੁਹਾਨੂੰ ਹਮੇਸ਼ਾ ਬੌਂਡ ਮਿਲੂਗਾ ਜਾਂ ਵੀ ਇਹ ਰਿਲੀਜ਼ ਕਰ ਦੇਣਗੇ, ਛੱਡ ਦੇਣਗੇ। ਇੱਦਾਂ ਦੀ ਕੋਈ ਗਰੰਟੀ ਨਹੀਂ, ਕੋਈ ਤਰੀਕਾ ਨਹੀਂ। ਇਹ ਵੀ ਹੋ ਸਕਦਾ ਵੀ ਅੰਦਰ ਰਹਿ ਕੇ ਡਿਪੋਰਟ ਕਰ ਦੇਣ। ਅਤੇ ਇੱਕ ਹੋਰ ਸੀ ਕਿ ਮੇਰੀ ਸਿਸਟਰ ਨੇ 2006 'ਚ ਅਪਲਾਈ ਕੀਤਾ, ਕਿੰਨਾ ਟਾਈਮ ਲੱਗੂਗਾ? ਉਹਦੇ ਬਾਰੇ ਮੈਂ ਦੱਸ ਚੁੱਕਾ ਪਹਿਲਾਂ ਹੀ। ਹੁਣ ਕਈ ਜਿਹੜੇ ਹੈਗੇ ਆਨਸਰਾਂ ਦੇ ਵਿੱਚ ਵੀ ਅਜੇ 2005 ਚੱਲ ਰਿਹਾ, 6 ਦੀ ਵਾਰੀ ਆਉਣ ਵਾਲੀ ਆ ਅਤੇ ਜਲਦੀ ਮਤਲਬ ਆ ਸਕਦੀ ਆ। ਅਤੇ ਇੱਕ ਹੋਰ ਕੁਐਸਚਨ ਉਹਨਾਂ ਨੇ ਕਿਹਾ ਵੀ ਸਰ ਜਿਹੜੇ ਲੋਕਾਂ ਨੇ ਅਸਾਈਲਮ ਜਿਨ੍ਹਾਂ ਦਾ ਪੈਂਡਿੰਗ ਆ ਉਹ ਵੀ ਇਮੀਗ੍ਰੇਸ਼ਨ ਰਿਫਾਰਮ 'ਚ ਆ ਸਕਦੇ ਆ, ਆਉਂਦੇ ਆ? ਹਾਂਜੀ, ਕਿਉਂਕਿ ਜਿਹੜਾ ਮਤਲਬ ਪ੍ਰੈਜ਼ੀਡੈਂਟ ਬਾਈਡਨ ਦੁਆਰਾ ਬਿੱਲ ਰੱਖਿਆ ਗਿਆ ਸੀਗਾ ਸਿਟੀਜ਼ਨਸ਼ਿਪ ਐਕਟ ਆਫ 2021, ਇਹਦੇ ਵਿੱਚ ਜਿਨ੍ਹਾਂ ਦਾ ਅਸਾਈਲਮ ਪਾਸ ਹੋਇਆ ਜਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹ ਨਹੀਂ ਆਉਂਦੇ, ਬਾਕੀ ਸਾਰੇ ਆਉਂਦੇ ਆ। ਜੇ ਤੁਹਾਡਾ ਅਸਾਈਲਮ ਪੈਂਡਿੰਗ ਆ, ਜੇ ਕੇਸ ਪਾਸ ਨਹੀਂ ਹੋਇਆ, ਚੱਲਦਾ ਹੀ ਆ, ਤਾਂ ਤੁਸੀਂ ਜ਼ਰੂਰ ਇਹਦੇ ਵਿੱਚ ਸ਼ਾਮਲ ਹੋਵੋਗੇ। ਅਤੇ ਇੱਕ ਹੋਰ ਕੁਐਸਚਨ ਆ ਉਹਨਾਂ ਨੇ ਕਿਹਾ ਕਿ ਜਿਹੜੇ 2018 ਤੋਂ ਬਾਅਦ ਬੰਦੇ ਡਿਪੋਰਟ ਹੋਏ ਆ ਅਤੇ ਉਹਨਾਂ ਦੀ ਜਿਹੜੀ ਡਿਪੋਰਟੇਸ਼ਨ ਹੈਗੀ ਆ ਉਹ ਟੁੱਟੇਗੀ ਕਿ ਨਹੀਂ। ਉਹ ਬਿੱਲ ਦੇ ਵਿੱਚ ਰੱਖਿਆ ਗਿਆ ਵੀ ਜਿਹੜੇ 17 ਤੋਂ ਲੈ ਕੇ 20 ਤੱਕ ਡਿਪੋਰਟ ਹੋਏ ਆ ਉਹਨਾਂ ਨੂੰ ਜਿਹੜਾ ਆਉਣ ਦਾ ਮੌਕਾ ਮਿਲੇ। ਪਰ ਉਹਦੇ ਵਿੱਚ ਇਹ ਆ ਵੀ ਬੰਦਾ ਘੱਟੋ ਘੱਟ 3 ਸਾਲ ਅਮਰੀਕਾ 'ਚ ਰਿਹਾ ਹੋਵੇ। ਸੋ ਜਿਹੜਾ 3 ਸਾਲ ਤੋਂ ਘੱਟ ਰਹਿ ਕੇ ਡਿਪੋਰਟ ਹੋਇਆ ਉਹਦੇ ਵਿੱਚ ਉਹਨੂੰ ਕੋਈ ਰਿਲੀਫ ਨਹੀਂ ਮਿਲਣੀ। ਬਾਕੀ ਇਹ ਬਿੱਲ ਅਜੇ ਪਾਸ ਨਹੀਂ ਹੋਇਆ, ਅਜੇ ਪੈਂਡਿੰਗ ਆ। ਤਾਂ ਇਹ ਪਤਾ ਨਹੀਂ ਵੀ ਇਹ ਜਿਹੜੀ ਆਹ ਪ੍ਰੋਵੀਜ਼ਨ ਹੈ ਕਦੋਂ ਪਾਸ ਹੋਵੇ, ਕਿਉਂਕਿ ਇਹ ਬਿੱਲ ਬਹੁਤ ਵੱਡਾ ਆ। ਸਹਿਮਤੀ ਨਹੀਂ, ਇਸੇ ਕਰਕੇ ਉਹਨਾਂ ਨੇ ਇਹਦੇ ਜਿਹੜੇ ਹੈਗੇ ਟੁਕੜੇ ਕਰਕੇ ਪਾਸ ਕਰ ਰਿਹਾ। ਜਿਹੜੇ 2 ਟੁਕੜੇ ਕੀਤੇ, ਇੱਕ ਤਾਂ ਜਿਹੜੇ ਬੱਚੇ ਹੈਗੇ 18 ਸਾਲ ਤੋਂ ਘੱਟ ਉਹਨਾਂ ਨੂੰ ਪੱਕੇ ਕਰਨ ਦਾ ਬਿੱਲ, ਅਤੇ ਦੂਜਾ ਐਗਰੀਕਲਚਰ ਵਰਕਰ ਦਾ। ਇਹ 2 ਬਿੱਲ ਹਾਊਸ ਨੇ ਪਾਸ ਕੀਤੇ ਆ ਅਤੇ ਸੈਨੇਟ 'ਚ ਭੇਜੇ ਆ। ਪਰ ਜਿਹੜੀ ਆਹ ਪ੍ਰੋਵੀਜ਼ਨ ਹੈ ਇਹ ਅਜੇ ਜਿਹੜਾ ਉਹਦਾ ਹਿੱਸਾ ਬਿੱਲ ਦਾ ਇਹ ਪਾਸ ਨਹੀਂ ਹੋਇਆ, ਅਤੇ ਇਹ ਹੁਣ ਗਾਂਹ ਹੋਏਗਾ ਤਾਂ ਪਤਾ ਜਿਹੜਾ ਚੱਲੇਗਾ। ਅਤੇ ਉਹਨਾਂ ਨੇ ਕਿਹਾ ਕਿ ਸਰ ਇੱਕ ਹੋਰ ਸਵਾਲ ਹੈ ਕਿ ਜਿਨ੍ਹਾਂ ਨੇ 21 ਤੋਂ ਬਾਅਦ ਅਸਾਈਲਮ ਅਪਲਾਈ ਕੀਤਾ ਉਹਨਾਂ ਦਾ ਕੀ ਬਣੂਗਾ। ਦੇਖੋ ਅਸਾਈਲਮ ਪ੍ਰੋਸੈਸ ਤਾਂ ਉਹੀ ਆ, ਬਲਕਿ ਜਿਹੜੀਆਂ ਅੱਗੇ ਰਿਸਟ੍ਰਿਕਸ਼ਨਸ ਲਾਈਆਂ ਸੀ ਟਰੰਪ ਨੇ ਉਹ ਕਾਫੀ ਜਿਹੜੀਆਂ ਹੈਗੀਆਂ ਉਹ ਰਿਲੈਕਸ ਕਰ ਰਹੀ ਆ ਬਾਈਡਨ ਐਡਮਿਨਿਸਟ੍ਰੇਸ਼ਨ।
तो जिन्होंने 21 भी ਅਸਾਈਲਮ ਲਾਇਆ ਕਾਨੂੰਨ ਤਾਂ ਉਹੀ ਆ, ਉਹਨਾਂ ਨੂੰ ਉਸੇ ਤਰ੍ਹਾਂ ਹੀ ਜਿਹੜਾ ਕੇਸ ਚੱਲਣਗੇ ਜਿਵੇਂ ਪਹਿਲਾਂ ਚੱਲਦੇ ਆ। ਜਦੋਂ ਅਪਲਾਈ ਕਰਦੇ ਆ ਅਸਾਈਲਮ ਆਫਿਸ ਇੰਟਰਵਿਊ ਆਉਂਦੀ ਹੈ, ਇੰਟਰਵਿਊ ਨਾ ਆਵੇ ਤਾਂ 6 ਮਹੀਨੇ ਬਾਅਦ ਵਰਕ ਪਰਮਿਟ ਮਿਲ ਜਾਂਦਾ ਜੇ ASAP ਦੇ ਮੈਂਬਰ ਹੋ। ਜੇ ASAP ਦੇ ਮੈਂਬਰ ਨਹੀਂ ਤਾਂ ਫਿਰ 1 ਸਾਲ ਬਾਅਦ ਵਰਕ ਪਰਮਿਟ ਆ। ਅਤੇ ਜੇ ਤੁਸੀਂ ਇੰਟਰਵਿਊ 'ਤੇ ਚਲੇ ਜਾਂਦੇ ਉਸ ਤੋਂ ਬਾਅਦ ਕੇਸ ਪਾਸ ਹੋ ਜਾਂਦਾ ਤਾਂ ਫਿਰ ਤੁਹਾਨੂੰ ਜਿਹੜੀ ਉਹ ਕੈਟੇਗਰੀ ਆ AO5 ਉਹਦੇ 'ਚ ਵਰਕ ਪਰਮਿਟ ਮਿਲਦਾ। ਜੇ ਨਹੀਂ ਪਾਸ ਹੁੰਦਾ ਕੋਰਟ 'ਚ ਰੈਫਰ ਹੋ ਜਾਂਦਾ। ਅਤੇ ਇਸ ਤਰ੍ਹਾਂ ਪ੍ਰੋਸੈਸ ਸੇਮ ਆ, ਉਹ 'ਚ ਕੋਈ ਫਰਕ ਨਹੀਂ ਆ। ਅਤੇ ਇੱਕ ਹੋਰ ਉਹਨਾਂ ਨੇ ਪੁੱਛਿਆ ਕਿ ਅਸੀਂ 7 ਬੰਦੇ ਆ ਇੱਕ ਪਰਿਵਾਰ ਦੇ, ਅਸੀਂ ਨਿਊਯਾਰਕ ਆਏ ਸੀ 16 'ਚ ਅਤੇ ਅਸੀਂ ਅਸਾਈਲਮ ਕੇਸ ਲਾਇਆ 17 'ਚ। ਅਤੇ ਸਾਡਾ ਜਿਹੜਾ ਹੈਗਾ ਮਤਲਬ ਵਰਕ ਪਰਮਿਟ ਸੋਸ਼ਲ ਸਿਕਿਉਰਿਟੀ ਕਾਰਡ ਆ ਗਿਆ, ਬਾਕੀ ਅਜੇ ਉਸ ਤੋਂ ਬਾਅਦ ਇੰਟਰਵਿਊ ਨਹੀਂ ਆਈ। ਦੇਖੋ ਉਹਦਾ ਕਾਰਨ ਇਹ ਹੈਗਾ ਕਿ ਜਿਹੜੀ ਪਹਿਲੀ ਐਡਮਿਨਿਸਟ੍ਰੇਸ਼ਨ ਸੀਗੀ ਪਿਛਲੀ, ਉਹਨਾਂ ਨੇ ਕਰਤਾ ਸੀ ਵੀ 18 ਫਰਵਰੀ ਤੋਂ ਬਾਅਦ ਵਾਲਿਆਂ ਨੂੰ ਇੰਟਰਵਿਊ ਦੇਣੀ ਆ। ਜਿਨ੍ਹਾਂ ਨੇ 18 ਫਰਵਰੀ ਤੋਂ ਪਹਿਲਾਂ ਕੇਸ ਕੀਤੇ ਉਹਨਾਂ ਨੂੰ ਇੰਟਰਵਿਊ ਨਹੀਂ ਦੇਣੀ। ਸੋ ਹੋ ਸਕਦਾ ਕਿ ਤੁਹਾਡਾ ਉਸ ਕੈਟੇਗਰੀ ਉਸ ਜਿਹੜੀ ਹੈਗੀ ਗੱਲ ਕਰਕੇ ਇੰਟਰਵਿਊ ਨਹੀਂ ਆ ਰਹੀ, ਪਰ ਇਹ ਹੁਣ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਚੇਂਜ ਕਰ ਰਹੀ ਹੈ ਰੂਲਸ ਨੂੰ, ਅਤੇ ਇੰਟਰਵਿਊ ਆ ਵੀ ਸਕਦੀ ਆ। ਸੋ ਇਹਦੇ ਬਾਰੇ ਜਿਹੜਾ ਲੋਕਲ ਅਸਾਈਲਮ ਆਫਿਸ ਉੱਥੋਂ ਪਤਾ ਕਰਨਾ ਚਾਹੀਦਾ। ਜੇ ਤੁਹਾਡਾ ਕੋਈ ਵਕੀਲ ਆ ਉਹ ਕਰੇ, ਜਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਅਤੇ ਅਸੀਂ ਤੁਹਾਨੂੰ ਜਿਹੜਾ ਪਤਾ ਕਰਕੇ ਉਹ ਇਹਦੇ ਬਾਰੇ ਦੱਸ ਦਿਆਂਗੇ। ਅਤੇ ਇਸ ਤੋਂ ਇਲਾਵਾ ਕੁਛ ਹੋਰ ਸਵਾਲ ਨੇ, ਅਤੇ ਉਹਨਾਂ ਦੇ ਵਿੱਚ ਇਹ ਆ ਕਿ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਕੈਟੇਗਰੀ ਆ ਉਹ I-751 ਦਾ ਮੈਰਿਜ ਬੇਸ ਕੇਸ ਉਹਨਾਂ ਨੇ ਕੀਤਾ ਸੀ। ਇਹ ਹੁੰਦਾ ਕੰਡੀਸ਼ਨ ਰਿਮੂਵਲ ਦਾ। ਇਹ ਤੋਂ ਪਹਿਲਾਂ ਕੋਈ ਵੀ ਬੰਦਾ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਕੇ ਆਉਂਦਾ ਤਾਂ ਉਹਨੂੰ ਜਿਹੜਾ ਹੈਗਾ ਉਹ ਸਾਰਿਆਂ ਤੋਂ ਪਹਿਲਾਂ ਜਿਹੜਾ ਉਹ 2 ਸਾਲ ਦਾ ਗ੍ਰੀਨ ਕਾਰਡ ਮਿਲਦਾ ਜੇ ਵਿਆਹ 2 ਸਾਲ ਦੇ ਵਿੱਚ ਹੋਇਆ। ਜੇ ਵਿਆਹ ਹੋਏ ਨੂੰ 2 ਸਾਲ ਤੋਂ ਜ਼ਿਆਦਾ ਹੋ ਗਏ, ਫਿਰ ਉਹ ਕਿਸੇ ਦੇ ਵਿਆਹ ਹੋਏ ਨੂੰ ਹੀ 5 ਸਾਲ ਹੋ ਗਏ, ਉਦੋਂ ਬਾਅਦ ਗ੍ਰੀਨ ਕਾਰਡ ਮਿਲਿਆ ਤਾਂ ਉਹਨੂੰ ਫਿਰ 10 ਸਾਲ ਦਾ ਮਿਲਦਾ। ਸੋ ਜਿਹਨੂੰ 2 ਸਾਲ ਦਾ ਮਿਲਦਾ ਉਹਨੂੰ ਕੰਡੀਸ਼ਨ ਰਿਮੂਵਲ ਕਰਨੀ ਪੈਂਦੀ ਆ, I-751 ਫਾਰਮ ਭਰਨਾ ਪੈਂਦਾ। ਉਹਦੇ ਬਾਰੇ ਕੁਐਸਚਨ ਹੈ। ਉਹਨਾਂ ਨੇ ਕਿਹਾ ਕਿ ਬਾਇਓਮੈਟ੍ਰਿਕ ਜੁਲਾਈ 19 ਨੂੰ ਹੋ ਗਏ ਸੀ, ਉਦੋਂ ਬਾਅਦ ਕੋਈ ਅਪਡੇਟ ਨਹੀਂ। ਇਹਨੂੰ ਟਾਈਮ ਲੱਗਦਾ ਜੀ। ਇਸ ਕੈਟੇਗਰੀ ਨੂੰ 1.5 ਤੋਂ ਵੀ ਤਕਰੀਬਨ 1.5 ਸਾਲ ਲੱਗ ਰਿਹਾ, ਮਿਨੀਮਮ 1.5 ਤੋਂ 2 ਸਾਲ ਵੀ ਲੱਗ ਸਕਦੇ ਇੰਟਰਵਿਊ ਆਉਣ ਨੂੰ। ਸੋ ਤੁਹਾਨੂੰ ਉਸ ਤੋਂ ਬਾਅਦ ਅਗਲਾ ਸਟੈਪ ਇਹੀ ਆ ਵੀ ਜਾਂ ਇੰਟਰਵਿਊ ਆਏਗੀ ਜਾਂ ਐਵੀਡੈਂਸ ਮੰਗਣਗੇ ਅਤੇ ਉਹ ਤੁਹਾਨੂੰ ਦੇਣੀ ਪੈਣੀ ਆ, ਇਹ ਸ਼ੋਅ ਕਰਨ ਲਈ ਵੀ ਮੈਰਿਜ ਜਿਹੜੀ ਆ ਉਹ ਸਹੀ ਚੱਲ ਰਹੀ ਹੈ, ਜੈਨੂਅਨ ਆ, ਅਤੇ ਇਹਨੂੰ ਟਾਈਮ ਲੱਗਦਾ। ਅਤੇ ਉਦੋਂ ਬਾਅਦ ਇੱਕ ਹੋਰ ਆ ਸਵਾਲ, ਉਹ ਕਹਿੰਦੇ ਨੇ ਕਿ ਸਾਡੀ ਜਿਹੜੀ ਹੈਗੀ ਆ ਉਹ ਮਤਲਬ ਮੈਰਿਜ ਕੇਸ ਸੀਗਾ US ਸਿਟੀਜ਼ਨ ਦੇ ਨਾਲ, ਅਤੇ ਉਹਦੀ ਕਦੋਂ ਤੱਕ ਇੰਟਰਵਿਊ ਆਊਗੀ। ਦੇਖੋ ਉਹਦੇ 'ਚ ਕੋਈ ਜਿਹੜੀ ਹੈਗੀ ਪ੍ਰਾਇਓਰਟੀ ਡੇਟ ਨਹੀਂ ਹੁੰਦੀ, ਕਰੰਟ ਹੀ ਹੁੰਦਾ। ਸੋ ਜਦੋਂ ਵੀ ਡੇਟ ਉਹਦੇ 'ਚ ਆਏਗੀ, ਜਦੋਂ ਵੀ ਸਾਰੀ ਪ੍ਰੋਸੈਸਿੰਗ ਪੂਰੀ ਹੋ ਗਈ ਉਸ ਤੋਂ ਬਾਅਦ ਡੇਟ ਆਏਗੀ। ਤੁਹਾਨੂੰ ਹੋ ਸਕਦਾ ਵੀ ਜਦੋਂ NBC ਵਗੈਰਾ ਤੋਂ ਕਲੀਅਰ ਹੋ ਗਿਆ 2-3 ਮਹੀਨੇ 'ਚ ਵੀ ਆ ਸਕਦੀ ਆ, ਪਰ ਪਹਿਲਾ ਸਟੈਪ ਇਹੀ ਹੈ ਵੀ I-130 ਪਟੀਸ਼ਨ ਅਪਰੂਵ ਹੁੰਦੀ ਹੈ, ਫਿਰ ਨੈਸ਼ਨਲ ਵੀਜ਼ਾ ਸੈਂਟਰ ਕੋਲ ਜਾਂਦੀ ਹੈ, ਉਸ ਤੋਂ ਬਾਅਦ ਫਿਰ ਅੰਬੈਸੀ ਕੋਲ ਜਾਂਦੀ ਆ। ਅਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਲਿਖਿਆ ਕਿ ਇੱਕ ਹੋਰ ਕੁਐਸਚਨ ਹੈ ਵੀ ਜੇ ਕਿਸੇ ਦਾ ਅਸਾਈਲਮ ਪੈਂਡਿੰਗ ਆ ਉਹਨਾਂ ਨੂੰ ਟੈਂਪਰੇਰੀ ਜਿਹੜਾ ਹੈਗਾ ਉਹ ਸਟੇਟਸ ਮਿਲੇਗਾ। ਮੇਰੇ ਖਿਆਲ ਦਾ ਇਸ਼ਾਰਾ ਉਸੇ ਕਾਨੂੰਨ ਵਾਲਾ ਜਿਹੜਾ ਕਿ ਮਤਲਬ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰੱਖਿਆ, ਉਹ 'ਚ ਇਹ ਹੈਗਾ ਵੀ ਪੈਂਡਿੰਗ ਅਸਾਈਲਮ ਵਾਲੇ ਕਵਰ ਹੋਣਗੇ, ਪਰ ਉਹ ਬਣੇਗਾ ਕਦੋਂ ਕਾਨੂੰਨ ਡਿਪੈਂਡ ਇਹ ਕਰੇਗਾ, ਕਿਉਂਕਿ ਅਜੇ ਤੱਕ ਉਹ ਜਿਹੜਾ ਪੋਰਸ਼ਨ ਆ ਕਾਨੂੰਨ ਦਾ ਉੱਤੇ ਕੋਈ ਹੈਡਵੇ ਨਹੀਂ ਹੋਈ। ਸਿਰਫ ਜਿਹੜਾ ਬੱਚਿਆਂ ਵਾਲਾ ਅਤੇ ਐਗਰੀਕਲਚਰ ਵਰਕਰ ਵਾਲਾ ਅੱਗੇ ਵਧਿਆ। ਸੋ ਇਹ ਜਿਹੜੀ ਪ੍ਰੋਵੀਜ਼ਨ ਹੈ ਇਹ ਕਦੋਂ ਪਾਸ ਹੋਏਗੀ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਅਤੇ ਇੱਕ ਹੋਰ ਕੁਐਸਚਨ ਉਹਨਾਂ ਨੇ ਕਿਹਾ ਕਿ ਸਰ ਜਿਹੜੇ ਸਿਟੀਜ਼ਨ ਬੱਚੇ ਹੈਗੇ ਮੈਰਿਡ ਬੱਚੇ ਦਾ ਅਪਲਾਈ ਕਰਦੇ ਆ, ਅਤੇ ਇਹ ਕੇਸ ਜਿਹੜਾ ਹੈਗਾ ਇਹਨੂੰ I-130 ਦਾ ਮਤਲਬ ਕੀ ਆ। ਦੇਖੋ ਜਿਹੜੀ I-130 ਜਿਹੜੀ ਪਟੀਸ਼ਨ ਹੁੰਦੀ ਫਾਰਮ ਹੁੰਦਾ, ਅਤੇ ਉਹ ਫਾਰਮ ਭਰਨਾ ਪੈਂਦਾ। ਜੇ ਆਪਾਂ ਅਮਰੀਕਾ ਦੇ ਵਿੱਚ ਕੋਈ ਵੀ ਪਟੀਸ਼ਨ ਕਿਸੇ ਨੇ ਕਰਨੀ ਹੈ, ਚਾਹੇ ਤੁਸੀਂ ਆਪਣੇ ਜਿਹੜੀ ਮਾਂ-ਬਾਪ ਦੀ ਕਰਨੀ ਹੈ ਜਾਂ ਭੈਣ ਭਰਾ ਦੀ ਕਰਨੀ ਹੈ ਜਾਂ ਹਸਬੈਂਡ ਵਾਈਫ ਦੀ ਕਰਨੀ ਹੈ ਜਾਂ ਮੈਰਿਡ ਬੱਚਿਆਂ ਦੀ ਕਰਨੀ ਹੈ, ਕਿਸੇ ਨੇ ਉਹ ਫਾਰਮ I-130 ਆ, ਉਹ ਫਾਰਮ ਦਾ ਨਾਂ ਆ ਇਹ, ਅਤੇ ਉਹ ਫਾਰਮ ਭਰਨਾ ਪੈਂਦਾ, ਉਹਨੂੰ ਅਸੀਂ I-130 ਪਟੀਸ਼ਨ ਕਹਿ ਦਿੰਦੇ ਹਾਂ। ਅਤੇ ਉਸ ਤੋਂ ਬਾਅਦ ਇੱਕ ਹੋਰ ਆ, ਉਹਨਾਂ ਨੇ ਕਿਹਾ ਕਿ ਸਾਨੂੰ ਵੀਜ਼ਾ ਮਿਲ ਗਿਆ ਸੀ 2019 ਦੇ ਵਿੱਚ, ਅਤੇ F4 ਕੇਸ ਪਰ ਸਾਡੇ ਜਿਹੜੀ ਹੈਗੀ ਬਰਥ ਪਲੇਸ ਦੀ ਮਿਸਟੇਕ ਆ, ਅਤੇ ਇਹ ਤੁਹਾਨੂੰ ਮਿਸਟੇਕ ਠੀਕ ਕਰਾਉਣੀ ਪੈਣੀ ਆ। ਇਹ ਜਦੋਂ ਤੁਸੀਂ ਫਿਰ ਇਮੀਗ੍ਰੇਸ਼ਨ ਨਾਲ ਕੋਂਟੈਕਟ ਕਰੋ ਜਾਂ ਐਮਬੈਸੀ ਨਾਲ ਕਰੋ ਤਾਂ ਉੱਥੋਂ ਫਿਰ ਉਹ ਠੀਕ ਕਰ ਸਕਦੇ ਆ, ਉਹਨੂੰ ਦੱਸ ਦਿਓ ਵੀ ਅਸਲੀ ਜਿਹੜੀ ਬਰਥ ਪਲੇਸ ਕੀ ਆ। ਅਤੇ ਇੱਕ ਹੋਰ ਉਹਨਾਂ ਨੇ ਇੱਕ ਸਵਾਲ ਪੁੱਛਿਆ ਵੀ ਕੈਨੇਡਾ ਪੜ੍ਹਨ ਵਾਸਤੇ ਬੱਚਾ ਆਇਆ, ਅਮਰੀਕਾ ਵਿੱਚ ਪੜ੍ਹਨ ਲਈ ਆ ਸਕਦਾ, ਅਤੇ ਜੇ ਆਇਆ ਤਾਂ ਉਹਨੂੰ ਗ੍ਰੀਨ ਕਾਰਡ ਮਿਲ ਸਕਦਾ। ਦੇਖੋ ਵੀ ਕੈਨੇਡਾ ਅਤੇ ਅਮਰੀਕਾ ਸਿਸਟਮ ਡਿਫਰੈਂਟ ਆ। ਜੇ ਹੁਣ ਕੈਨੇਡਾ ਦੇ ਵਿੱਚ ਕਿਸੇ ਨੂੰ ਸਟੂਡੈਂਟ ਵੀਜ਼ਾ ਮਿਲਿਆ ਤਾਂ ਮਤਲਬ ਇਹ ਨਹੀਂ ਵੀ ਅਮਰੀਕਾ 'ਚ ਵੀ ਮਿਲ ਜੂਗਾ, ਉਹ ਟਰਾਈ ਕਰ ਸਕਦਾ।
पर कोई ਜ਼ਰੂਰੀ ਨਹੀਂ। ਇੱਥੇ ਸਟੂਡੈਂਟ ਵੀਜ਼ਾ ਲੈਣ ਵਾਸਤੇ ਪਹਿਲਾਂ ਤਾਂ ਐਡਮਿਸ਼ਨ ਲੈਣੀ ਪੈਂਦੀ, I-20 ਫਾਰਮ ਲੈਣਾ ਪੈਂਦਾ ਕਿਸੇ ਮਾਨਤਾ ਪ੍ਰਾਪਤ ਸਕੂਲ ਜਾਂ ਕਾਲਜ ਤੋਂ, ਅਤੇ ਉਹ I-20 ਫਾਰਮ ਲੈ ਕੇ ਅਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਕੋਈ ਵੀ ਇਹ ਸ਼ੋਅ ਕਰਨਾ ਪੈਂਦਾ ਵੀ ਤੁਹਾਡੇ ਕੋਲ ਮੀਨਸ ਹੈਗੇ ਰਹਿਣ ਦੇ, ਜਾਂ ਕੋਈ ਐਫਰਟ ਸਪੋਰਟ ਦੇਵੇ, ਜਾਂ ਤੁਹਾਡੇ ਕੋਲ ਆਪਣੀ ਆਮਦਨੀ ਹੋਵੇ, ਅਤੇ ਉਹਦੇ ਨਾਲ ਤੁਸੀਂ ਫਿਰ ਅਪਲਾਈ ਕਰ ਸਕਦੇ ਹੋ। ਅੱਗੇ ਐਮਬੈਸੀ ਦੀ ਮਰਜ਼ੀ ਆ ਵੀ ਉਹ ਵੀਜ਼ਾ ਦੇਵੇ ਜਾਂ ਨਾ ਦੇਵੇ। ਇਹ ਵੀ ਕੋਈ ਜ਼ਰੂਰੀ ਨਹੀਂ ਵੀ ਜੇ ਤੁਹਾਡੇ ਕੋਲ I-20 ਫਾਰਮ ਹੈਗਾ ਅਤੇ ਤੁਹਾਨੂੰ ਜਿਹੜਾ ਐਮਬੈਸੀ ਨੇ ਵੀਜ਼ਾ ਦੇ ਹੀ ਦੇਣਾ, ਉਹ ਫਿਰ ਵੀ ਨਾ ਕਰ ਸਕਦੇ ਆ। ਅਤੇ ਇਹਦੀਆਂ ਜਿਹੜੀਆਂ ਹੈਗੀਆਂ ਇੱਕ ਹੋਰ ਸਵਾਲ ਹੈ ਵੀ ਸ਼ਰਤਾਂ ਦੱਸੋ ਕਿ ਸਟੱਡੀ ਵੀਜ਼ੇ ਦੀਆਂ ਕੀ ਆ, ਉਹ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ ਵੀ ਇਹ ਜਿਹੜਾ F1 ਹੁੰਦਾ ਸਟੂਡੈਂਟ ਵੀਜ਼ਾ, ਇਹਦੇ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਐਡਮਿਸ਼ਨ ਲੈਣੀ ਪੈਂਦੀ ਆ। ਪਰ ਐਡਮਿਸ਼ਨ ਉਹਨਾਂ ਕਾਲਜਾਂ ਜਾਂ ਸਕੂਲਾਂ 'ਚ ਅਮਰੀਕਾ ਦੇ ਵਿੱਚ ਜਿਹੜੇ ਕਿ ਵਿਜ਼ਟਰ ਨੂੰ ਜਾਂ ਜੇ ਬਾਹਰੋਂ ਆਉਣਾ ਕਿਸੇ ਨੇ ਉਹਨੂੰ ਵੀ ਮਤਲਬ ਸਟੂਡੈਂਟ ਵੀਜ਼ੇ ਲਈ ਸਪੋਂਸਰ ਕਰਦੇ ਆ। ਹਰੇਕ ਜਿਹੜਾ ਸਕੂਲ ਆ ਜਾਂ ਕਾਲਜ ਆ ਉਹ ਸਟੂਡੈਂਟ ਵੀਜ਼ੇ ਵਾਸਤੇ ਸਪੋਂਸਰ ਨਹੀਂ ਕਰਦਾ। ਜਿਹੜੇ ਸਪੋਂਸਰ ਕਰਦੇ ਆ ਉਹ ਤੁਹਾਨੂੰ I-20 ਫਾਰਮ ਦਿੰਦੇ ਆ, ਉਹ ਲੈ ਕੇ ਉਸ ਤੋਂ ਬਾਅਦ ਫਿਰ ਤੁਸੀਂ ਉਹਦੇ ਨਾਲ ਐਫੀਡੇਵਿਟ ਆਫ ਸਪੋਰਟ ਚਾਹੀਦਾ, ਇਹ ਸ਼ੋਅ ਕਰਨਾ ਪੈਂਦਾ ਵੀ ਤੁਹਾਡੇ ਕੋਲ ਇਨਕਮ ਹੈਗੀ ਆ ਉਹ ਸਾਰੀਆਂ ਫੀਸਾਂ ਤਾਰਨ ਦੀ, ਅਤੇ ਫਿਰ ਅਪਲਾਈ ਹੁੰਦਾ। ਅੰਬੈਸੀ ਦੇ ਵਿੱਚ ਜਾਣਾ ਪੈਂਦਾ, ਅਮਰੀਕਨ ਅੰਬੈਸੀ ਦੇ ਵਿੱਚ, ਅਤੇ ਉਹਨਾਂ ਦੀ ਮਰਜ਼ੀ ਆ ਉਹ ਵੀਜ਼ਾ ਦੇਣ ਜਾਂ ਨਾ ਦੇਣ, ਅਤੇ ਉਹ ਦੇ ਵੀ ਸਕਦੇ ਆ ਅਤੇ ਨਾ ਵੀ ਕਰ ਸਕਦੇ ਆ। ਅਤੇ ਇੱਕ ਹੋਰ ਸਵਾਲ ਆ, ਉਹਨਾਂ ਨੇ ਕਿਹਾ ਕਿ ਅਸੀਂ ਸਟੱਡੀ ਵੀਜ਼ੇ 'ਤੇ ਆ ਕੇ ਰਿਫਿਊਜੀ ਕੇਸ ਲਾਇਆ ਅਤੇ ਬਾਅਦ ਵਿੱਚ ਮੈਰਿਜ ਕਰ ਲਈ, ਉਹਨੂੰ ਗ੍ਰੀਨ ਕਾਰਡ ਕਿੰਨੀ ਦੇਰ 'ਚ ਮਿਲੇਗਾ ਅਤੇ ਇੰਡੀਆ ਜਾਣਾ ਪਏਗਾ ਕਿ ਇੱਥੇ? ਦੇਖੋ ਇਸ ਤਰ੍ਹਾਂ ਕਿ ਜੇ ਕੋਈ ਇੱਥੇ F1 'ਤੇ ਆਇਆ ਸਟੂਡੈਂਟ ਵੀਜ਼ੇ 'ਤੇ, ਉਸ ਤੋਂ ਬਾਅਦ ਉਹਨੇ ਅਸਾਈਲਮ ਲਾਤਾ ਅਤੇ ਉਸ ਤੋਂ ਬਾਅਦ ਜੇ ਵਿਆਹ ਕਰ ਲਿਆ, ਕਿਉਂਕਿ ਉਹਦੀ ਲੀਗਲ ਐਂਟਰੀ ਆ, ਜੇ ਉਹ US ਸਿਟੀਜ਼ਨ ਨਾਲ ਵਿਆਹ ਕਰਦਾ ਇੱਥੇ ਪੱਕਾ ਹੋ ਸਕਦਾ, ਉਹਨੂੰ ਇੰਡੀਆ ਜਾਣ ਦੀ ਜਾਂ ਕਿਸੇ ਹੋਰ ਕੰਟਰੀ 'ਚ ਲੋੜ ਨਹੀਂ, ਅਤੇ ਉਹ ਇੱਥੇ ਮਤਲਬ ਵਿਆਹ ਦੀ ਬੇਸ 'ਤੇ ਉਹਨੂੰ ਗ੍ਰੀਨ ਕਾਰਡ ਮਿਲ ਸਕਦਾ। ਉਹ ਮਿਲ ਗਿਆ ਤਾਂ ਫਿਰ ਅਸਾਈਲਮ ਦਾ ਕੇਸ ਜਿਹੜਾ ਹੈਗਾ ਉਹ ਵਿਡਰਾ ਹੋ ਜਾਂਦਾ। ਅਤੇ ਇੱਕ ਹੋਰ ਕੁਐਸਚਨ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਹੈਗਾ F3 2009 'ਚ ਅਪਲਾਈ ਕੀਤਾ ਸੀਗਾ, ਅਤੇ ਇਹਨੂੰ ਕਿੰਨਾ ਕੁ ਟਾਈਮ ਲੱਗੂਗਾ? ਦੇਖੋ ਇਹ 'ਤੇ ਅਜੇ ਟਾਈਮ ਲੱਗ ਰਿਹਾ, ਅਤੇ ਜਿਹੜੀ ਸੈਕਿੰਡ ਲੈਟਰ ਹੈਗੀ ਆ ਉਹ ਤੁਹਾਨੂੰ ਮਿਲ ਗਈ ਆ। NVC ਨੇ ਪੇਪਰ ਜਿਹੜੇ ਆ ਉਹ ਹੁਣ ਮੰਗਿਆ, ਤਾਂ NVC ਕੋਲ ਡਾਕੂਮੈਂਟਸ ਭੇਜੋ, ਜਿਹੜੇ ਸਿਵਲ ਡਾਕੂਮੈਂਟਸ ਨੇ, ਐਫੀਡੇਵਿਟ ਆਫ ਸਪੋਰਟ ਵਗੈਰਾ, ਅਤੇ ਫਿਰ ਤੁਹਾਡੀ ਜਿਹੜੀ ਇੰਟਰਵਿਊ ਆ ਇਸ ਤੋਂ ਬਾਅਦ ਆਏਗੀ। ਸੋ ਪ੍ਰੋਸੈਸ ਸ਼ੁਰੂ ਹੋ ਗਿਆ, ਤੁਹਾਨੂੰ ਜਲਦੀ ਇਹਦੇ 'ਚ ਜੋ ਵੀ ਡਾਕੂਮੈਂਟ ਮੰਗੇ ਉਹ ਭੇਜਣੇ ਚਾਹੀਦੇ ਆ। ਅਤੇ ਇਸ ਤੋਂ ਬਾਅਦ ਇਹ ਆ ਕਿ ਇੱਕ ਹੋਰ ਕੁਐਸਚਨ ਆ, ਉਹਨਾਂ ਨੇ ਪੁੱਛਿਆ ਵੀ ਜਿਹੜਾ ਆਈਸ ਵਾਲੇ ਜਦੋਂ ਇੱਥੇ ਕਿਸੇ ਬੰਦੇ ਨੂੰ ਰਿਲੀਜ਼ ਕਰਦੇ ਆ, ਉਹ ਸਮਾਰਟ ਲਿੰਕ ਪਾ ਦਿੰਦੇ ਆ, ਉਹਦੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਨੀ ਪੈਂਦੀ ਟਰੈਕ ਕਰਨ ਲਈ ਵੀ ਉਹ ਕਿੱਥੇ ਜਾਂਦਾ ਕੀ ਕਰਦਾ। ਅਤੇ ਉਹ ਇਹ ਕਹਿੰਦੇ ਆ ਕਿ ਮੈਂ ਮਤਲਬ ਆਪਣਾ ਕੇਸ ਜਿਹੜਾ ਮੂਵ ਕਰਾਉਣਾ ਚਾਹੁੰਦਾ, ਉਹ ਤੁਸੀਂ ਜੇ ਕਿਸੇ ਸਟੇਟ 'ਚ ਮੂਵ ਹੁੰਦੇ ਹੋ ਤੁਸੀਂ ਕਰਾ ਸਕਦੇ ਹੋ, ਪਰ ਤੁਹਾਨੂੰ ਆਈਸ ਨੂੰ ਇਨਫੋਰਮ ਕਰਨਾ ਪੈਂਦਾ। ਆਈਸ ਵਾਲਿਆਂ ਨੂੰ ਇਹ ਗੱਲ ਦੀ ਜਾਣਕਾਰੀ ਦੇਣੀ ਪੈਂਦੀ ਹੈ, ਮੈਂ ਫਲਾਣੀ ਸਟੇਟ ਜਾ ਰਿਹਾ, ਉਹਦੇ ਪ੍ਰੂਫ ਦੇਣੇ ਪੈਂਦੇ ਆ, ਤਾਂ ਫਿਰ ਹੋ ਸਕਦਾ। ਅਤੇ ਜੇ ਤੁਸੀਂ ਆਈਸ ਨੂੰ ਬਿਨਾਂ ਦੱਸੇ ਕਰਦੇ ਹੋ ਤਾਂ ਉਹ 'ਚ ਪ੍ਰੋਬਲਮ ਆ ਸਕਦੀ ਹੈ, ਉਹਨਾਂ ਨੂੰ ਇਨਫੋਰਮ ਕਰਨਾ ਜ਼ਰੂਰੀ ਆ। ਅਤੇ ਉਸ ਤੋਂ ਬਾਅਦ ਇੱਕ ਹੋਰ ਸਵਾਲ ਹੈ ਜੀ, ਉਹ ਕਹਿੰਦੇ ਸਾਡਾ ਅਸਾਈਲਮ ਕੇਸ ਪਾਸ ਹੋ ਗਿਆ ਸੀ 1.5 ਸਾਲ ਪਹਿਲਾਂ, ਉਸ ਤੋਂ ਬਾਅਦ ਅਸੀਂ ਵਾਈਫ ਅਤੇ ਬੱਚੇ ਦੀ ਪਟੀਸ਼ਨ ਕੀਤੀ ਹੈ, 15 ਮਹੀਨੇ ਹੋਏ, ਕਿੰਨਾ ਟਾਈਮ ਲੱਗੂਗਾ? ਦੇਖੋ ਇਹਨੂੰ ਟਾਈਮ ਲੱਗ ਰਿਹਾ। ਜਿਹੜੀਆਂ ਇਹ ਪਟੀਸ਼ਨਾਂ ਹੈਗੀਆਂ, ਜਿਹੜੀ ਸੈਲਰੀ ਰਿਲੇਟਿਵ ਪਟੀਸ਼ਨ, ਉਹ ਅੱਜ ਕੱਲ੍ਹ 1.5 ਤੋਂ 2 ਸਾਲ ਲੱਗ ਰਹੇ ਆ। ਸੋ ਤੁਸੀਂ ਪਤਾ ਕਰਦੇ ਰਹੋ, ਪਰ ਟਾਈਮ ਇਹਨੂੰ ਅੱਜ ਕੱਲ੍ਹ ਜਿਹੜਾ ਆਮ ਟਾਈਮ ਹੈ ਉਹ 1.5 ਤੋਂ 2 ਸਾਲ ਦਾ, ਤਾਂ ਉਹ ਟਾਈਮ ਲੱਗ ਰਿਹਾ। ਇੱਕ ਹੋਰ ਆ, ਉਹਨਾਂ ਨੇ ਕਿਹਾ ਕਿ ਮੇਰੀ ਮਦਰ ਨੇ F3 ਕੈਟਾਗਰੀ 2009 'ਚ ਅਪਲਾਈ ਕੀਤਾ ਜੀ, ਦਸੰਬਰ 'ਚ ਕਿੰਨਾ ਟਾਈਮ ਲੱਗੂ? ਦੇਖੋ ਹੁਣ ਤੁਹਾਡੀ ਵਾਰੀ ਜਲਦੀ ਆਊਗੀ, ਤੁਹਾਨੂੰ NVC ਤੋਂ ਪੇਪਰ ਆਉਣੇ ਸ਼ੁਰੂ ਹੋ ਜਾਣੇ ਥੋੜ੍ਹੀ ਦੇਰ ਤੱਕ, ਜ਼ਿਆਦਾ ਟਾਈਮ ਨਹੀਂ ਲੱਗੇਗਾ। ਮੇਰੇ ਖਿਆਲ ਸਾਲ ਦੇ ਵਿੱਚ ਤੁਹਾਨੂੰ ਪੇਪਰ ਜਿਹੜੇ ਆਉਣਗੇ ਅਤੇ ਉਹ ਤੁਹਾਨੂੰ ਭਰ ਕੇ ਭੇਜੋ, ਅਤੇ ਉਸ ਤੋਂ ਬਾਅਦ ਫਿਰ ਅਗਲਾ ਕੰਮ ਜਿਹੜਾ ਉਹ ਸ਼ੁਰੂ ਹੋਊਗਾ। ਅਤੇ ਹੁਣ ਉਹ ਇੱਕ ਹੋਰ ਸਵਾਲ ਸੀਗਾ ਕਿ R1 ਵੀਜ਼ੇ ਬਾਰੇ ਆ, ਉਹ ਕਹਿੰਦੇ R1 ਦੀ ਅਪਰੂਵਲ ਆਈ ਸੀਗੀ ਅਤੇ ਮੇਰੀ ਜੋਬ ਚੇਂਜ ਹੋ ਗਈ ਆ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ। ਦੇਖੋ ਜੇ ਤੁਸੀਂ ਕਿਸੇ ਨਵੇਂ ਗੁਰਦੁਆਰਾ ਸਾਹਿਬ ਗਏ ਆ, ਤੁਹਾਨੂੰ ਉੱਥੋਂ ਦੁਬਾਰਾ R1 ਕਰਾਉਣਾ ਪੈਣਾ, R1 ਟ੍ਰਾਂਸਫਰ ਕਰਾਉਣਾ ਪੈਣਾ। ਉਹ ਗੁਰਦੁਆਰਾ ਸਾਹਿਬ R1 ਕਰੇਗਾ ਤਾਂ ਤੁਸੀਂ ਸਟੇਟਸ 'ਚ ਰਹੋਗੇ, ਅਤੇ ਉਹ ਤੁਸੀਂ ਪੁਰਾਣੇ ਹੀ R1 'ਤੇ ਉੱਥੇ ਕੰਮ ਨਹੀਂ ਕਰ ਸਕਦੇ, ਤੁਹਾਨੂੰ ਦੁਬਾਰਾ R1 ਜਿਹੜਾ ਹੈਗਾ ਉਹ ਚੇਂਜ ਕਰਕੇ ਸਟੇਟਸ ਚੇਂਜ ਕਰਾਉਣਾ ਪਏਗਾ ਅਤੇ ਨਵਾਂ R1 ਲੈਣਾ ਪਏਗਾ। ਅਤੇ ਇਸ ਤੋਂ ਇਲਾਵਾ ਇੱਕ ਹੋਰ ਕੇਸ ਹੈ ਕਿ ਉਹਨਾਂ ਨੇ ਕਿਹਾ ਕਿ 2012 ਦੇ ਵਿੱਚ ਅਸੀਂ ਜਿਹੜਾ F4 ਪਟੀਸ਼ਨ ਭੈਣਾਂ ਭਰਾਵਾਂ ਦੀ ਭਰੀ ਸੀ, ਅਤੇ ਉਹਨਾਂ 'ਚ ਕੁਛ ਦੇ ਪੇਪਰ ਨਿਕਲ ਆਏ ਅਤੇ ਕੁਛ ਦੇ ਨਹੀਂ ਆਏ, ਅਤੇ ਇਹ ਤੁਹਾਨੂੰ ਪੈਰਵੀ ਕਰਨੀ ਪੈਣੀ ਹੈ। ਇਮੀਗ੍ਰੇਸ਼ਨ ਕੋਲ ਕਈ ਵਾਰੀ ਅੱਡ ਅਫਸਰ ਡੀਲ ਕਰਦੇ ਹੁੰਦੇ ਆ, ਅਤੇ ਕਈਆਂ ਦੀ ਅਪਰੂਵਲ ਆ ਜਾਂਦੀ, ਕਈਆਂ ਦੀ ਜਿਹੜਾ ਟਾਈਮ ਲੱਗਦਾ ਅਪਰੂਵਲ ਆਉਣ ਨੂੰ, ਪਰ ਉਹਨਾਂ ਨਾਲ ਪੈਰਵੀ ਰੱਖੋ। ਹੋ ਸਕਦਾ ਕੋਈ ਡਾਕੂਮੈਂਟ ਮੰਗੇ ਹੋਣ ਉਹਨਾਂ ਨੇ,
ਤੇ ਇਹ ਤੁਸੀਂ ਉਹਨਾਂ ਨਾਲ ਲਿੰਕ ਰੱਖੋ, ਉਹਨਾਂ ਨੂੰ ਈਮੇਲ ਕਰੋ, ਲੈਟਰ ਲਿਖੋ, ਤੇ ਜਾਂ ਫਿਰ ਤੁਸੀਂ ਮਤਲਬ ਸਾਡੇ ਨਾਲ ਲਿੰਕ ਕਰੋ, ਅਸੀਂ ਉੱਥੋਂ ਪਤਾ ਕਰ ਦਿਆਂਗੇ। ਤੇ ਇਸ ਤੋਂ ਇਲਾਵਾ ਇੱਕ ਹੋਰ ਸਵਾਲ ਹੈਗਾ ਕਿ ਉਹ ਵੀ ਮਤਲਬ ਜਿਵੇਂ ਪਹਿਲਾਂ ਤਾਂ ਜਵਾਬ ਉੱਦਾਂ ਦਾ ਹੀ ਹੈ ਵੀ 2016 'ਚ ਅਸੀਂ ਅਸਾਈਲਮ ਲਾਇਆ ਸੀਗਾ, ਅਜੇ ਤੱਕ ਸਾਡੀ ਕੋਈ ਇੰਟਰਵਿਊ ਨਹੀਂ ਆਈ ਤੇ ਵਰਕ ਪਰਮਿਟ ਸਾਡੇ ਕੋਲ ਹੈਗਾ। ਇਹਦੇ ਕੰਸਰਨਿੰਗ ਇਹੀ ਆ ਕਿ ਜਿਹੜੇ 18 ਤੋਂ ਬਾਅਦ ਦੀਆਂ ਡੇਟਾਂ ਦੀਆਂ ਜਿਹੜੀਆਂ ਇੰਟਰਵਿਊ ਆ ਰਹੀਆਂ ਸੀ, ਕਿਉਂਕਿ ਪਿਛਲੀ ਐਡਮਿਨਿਸਟ੍ਰੇਸ਼ਨ ਨੇ ਕੀਤਾ ਸੀ ਵੀ 18 ਤੋਂ ਪਹਿਲਾਂ ਵਾਲਿਆਂ ਨੂੰ ਨਾ ਦਿਓ, ਤੁਹਾਡਾ 2018 ਤੋਂ ਪਹਿਲਾਂ ਅਪਲਾਈ ਹੋਇਆ ਪਰ ਹੁਣ ਰੂਲ ਚੇਂਜ ਹੋ ਰਹੇ, ਇੰਟਰਵਿਊ ਆ ਸਕਦੀ ਆ। ਇਹਦੇ ਰਿਲੇਟਡ ਮੈਨੂੰ ਇੱਕ ਹੋਰ ਕੁਐਸਚਨ ਵੀ ਆਇਆ। ਉਹਨਾਂ ਨੇ ਇਹ ਕਿਹਾ ਕਿ ਦੇਖੋ ਜੀ ਸਾਡੇ ਬੱਚੇ ਜਿਹੜੇ ਅਸੀਂ ਅਸਾਈਲਮ ਜਦੋਂ ਲਾਇਆ ਸੀ ਉਦੋਂ ਬੱਚੇ 18 ਸਾਲ ਤੋਂ ਘੱਟ ਸੀ ਤੇ ਉਹ ਸਕੂਲ ਗਏ ਆ, ਇੱਥੇ ਸਾਨੂੰ 5 ਸਾਲ ਹੋ ਗਏ ਇੱਥੇ ਆਇਆ ਨੂੰ ਅਸਾਈਲਮ ਕੇਸ ਚੱਲਦੇ ਨੂੰ, ਤੇ ਬੱਚੇ ਸਾਡੇ ਸਕੂਲ ਗਏ ਆ, ਤੇ ਕੀ ਜਿਹੜਾ ਨਵਾਂ ਲਾਅ ਬਣ ਰਿਹਾ ਬੱਚਿਆਂ ਦੇ 'ਚ ਆ ਸਕਦੇ ਆ। ਜਿਹੜਾ ਹੁਣ ਨਵਾਂ ਕਾਨੂੰਨ ਹਾਊਸ ਨੇ ਪਾਸ ਕੀਤਾ ਇਹਦੇ ਵਿੱਚ ਆ ਸਕਦੇ ਆ, ਕਿਉਂਕਿ ਇਹਦੇ ਵਿੱਚ ਬੇਸਿਕਲੀ ਇਹ ਆ ਕਿ ਜੇ ਬੱਚੇ ਦੀ ਉਮਰ ਆਉਣ ਵੇਲੇ 18 ਸਾਲ ਤੋਂ ਘੱਟ ਆ ਤੇ ਉਹ ਬੱਚਾ ਇੱਥੇ ਸਕੂਲ ਗਿਆ, ਉਹਨੇ ਹਾਈ ਸਕੂਲ ਕੀਤਾ ਆ, ਸਕੂਲ ਜਾ ਰਿਹਾ, ਤਾਂ ਉਹ ਕਵਰ ਹੁੰਦਾ। ਬਾਕੀ ਇਹਦੇ ਸੈਨੇਟ ਕੀ ਚੇਂਜ ਕਰਦੀ ਹੈ ਦੇਖਣ ਵਾਲੀ ਗੱਲ ਆ, ਪਰ ਫਿਲਹਾਲ ਉਹ ਕਵਰ ਹੋ ਰਿਹਾ। ਜਦੋਂ ਪਾਸ ਹੋਏਗਾ ਫਿਰ ਆਪਾਂ ਡਿਟੇਲ ਦੇ ਵਿੱਚ ਇਹਦੇ ਬਾਰੇ ਜਿਹੜਾ ਹੈਗਾ ਉਹ ਜ਼ਰੂਰ ਦੱਸਾਂਗੇ। ਸੋ ਇਹ ਸੀ ਤੁਹਾਡੇ ਕੁਝ ਜਿਹੜੇ ਸਵਾਲਾਂ ਦੇ ਜਵਾਬ, ਤੇ ਤੁਸੀਂ ਇਸ ਵੀਡੀਓ ਥੱਲੇ ਵੀ ਮੈਨੂੰ ਆਪਣੇ ਜਿਹੜੇ ਸਵਾਲ ਭੇਜੋ ਤੇ ਮੈਂ ਜਵਾਬ ਦਿਆਂਗਾ। ਜੇ ਕੋਈ ਸਵਾਲ ਐਤਕੀ ਰਹਿ ਗਏ ਹੁਣ ਮੈਂ ਅਗਲੀ ਵਾਰੀ ਟਰਾਈ ਕਰਾਂਗਾ ਕਿ ਤੁਹਾਨੂੰ ਜਵਾਬ ਦੇਣ ਦੀ, ਕਿਉਂਕਿ ਸਵਾਲ ਕਾਫੀ ਹੁੰਦੇ ਆ ਉਸ 'ਤੇ ਕਿਸੇ ਨਾ ਕਿਸੇ ਦਾ ਰਹਿ ਵੀ ਸਕਦਾ, ਪਰ ਮੈਂ ਇੱਕ ਵਾਰੀ ਫੇਰ ਦੇਖ ਕੇ ਨੈਕਸਟ ਟਾਈਮ ਵੀ ਜਵਾਬ ਦੇਵਾਂਗਾ, ਪਲੱਸ ਜਿਹੜੇ ਨਵੇਂ ਤੁਸੀਂ ਮੈਨੂੰ ਭੇਜੋਗੇ ਉਹਦੇ ਵੀ ਜਵਾਬ ਦਿਆਂਗਾ। ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ।